Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਅੰਬਰਾਂ ਦੇ ਸਰਨਾਵੇਂ ਪ੍ਰੋਗਰਾਮ 'ਚ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਪੰਜਾਬੀ ਕਵਿਤਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਆ। ਉਹ ਇੱਕ ਕੁਸ਼ਲ ਸੰਪਾਦਕ ਵੀ ਨੇ। ਉਹ ਸ਼ੁਰੂ ਤੋਂ ਅੱਖਰ ਦੇ ਨਾਲ ਵੀ ਜੁੜੇ ਸੀ। ਅੱਜ ਉਹ ਆਪਣਾ ਪੇਪਰ ਸਿਲਾਲੇਖ ਕੱਢ ਰਹੇ ਨੇ। ਉਹਨਾਂ ਦੀਆਂ ਕਵਿਤਾਵਾਂ ਭਾਰਤੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈਆਂ। ਫਿਰ ਉਹਨਾਂ ਨੇ ਵੱਖ-ਵੱਖ ਸੈਮੀਨਾਰਾਂ 'ਚ ਭਾਗ ਲਿਆ, ਦੇਸ਼ਾਂ ਵਿਦੇਸ਼ਾਂ 'ਚ ਕਾਨਫਰੰਸਾਂ 'ਚ ਭਾਗ ਲਿਆ। ਅੱਜ ਸਾਡੇ ਦਰਮਿਆਨ ਸਾਡੇ ਮਨਦੀਪ ਕੌਰ ਟਾਂਗਰਾ ਦੇ ਸਟੂਡੀਓ 'ਚ ਡਾਕਟਰ ਰਵਿੰਦਰ ਬਟਾਲਾ ਜੀ ਤੋਂ ਪਹੁੰਚੇ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੀ ਸਾਰੀ ਟੀਮ ਵੱਲੋਂ। ਤੁਹਾਡਾ ਜੀ ਆਇਆਂ। ਸ਼ੁਕਰੀਆ ਜੀ, ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਇੱਥੇ ਆ ਕੇ ਬਹੁਤ ਚੰਗਾ ਲੱਗਾ। ਡਾਕਟਰ ਸਾਹਿਬ, ਆਪਾਂ ਅੱਜ ਤੁਹਾਡੀ ਕਵਿਤਾ ਬਾਰੇ ਗੱਲਬਾਤ ਕਰਾਂਗੇ। ਤੁਸੀਂ ਜਿਹੜੀਆਂ ਆਪਣੀਆਂ ਕਿਤਾਬਾਂ ਲਿਖੀਆਂ, ਆਪਣੀ ਉਡੀਕ ਵਿੱਚ, ਇੱਕ ਜੰਗਲ, ਮੇਰੇ ਅੰਦਰ, ਕਵਿਤਾ ਮੇਰੀ ਨਾਲ ਅਜੇ ਵਕਤ ਨਹੀਂ ਆਇਆ, ਭਰਿਆ ਹੈ ਮੇਰਾ ਆਸਮਾਨ, ਬੰਸਰੀ ਉਦਾਸ ਹੈ, ਆਲਣੇ ਘਰ ਪਿੰਜਰੇ, ਨਦੀ ਪੌਣ ਖੁਸ਼ਬੂ, ਚਿਹਰਾ ਮੈਂ, ਮੇਰੇ ਲਈ ਨਾ ਰੁਕੋ। ਤੁਸੀਂ ਇੱਕ ਨਾਟਕ ਵੀ ਲਿਖਿਆ ਫੁੱਲ, ਕਿਸ ਦਰ ਦਸਤਕ ਕੋਈ, ਤੇ ਸਿਲਾਲੇਖ ਦੇ ਵੀ ਤੁਸੀਂ ਸੰਪਾਦਕ ਰਹੇ ਆ, ਵਿਕਲਪ ਵੀ ਤੁਸੀਂ ਕੱਢਦੇ ਰਹੇ ਆ। ਡਾਕਟਰ ਸਾਹਿਬ, ਪਹਿਲਾਂ ਆਪਾਂ ਮੇਰੇ ਸਮੇਤ ਵੀ ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਜਿਹੜਾ ਤੁਹਾਡਾ ਪਰਿਵਾਰਕ ਪਿਛੋਕੜ ਆ, ਉਹਦੇ ਬਾਰੇ ਤੁਸੀਂ ਸਾਨੂੰ ਸਾਰਿਆਂ ਨੂੰ ਜਾਣਕਾਰੀ ਦਿਓ। ਵਿਸ਼ਾਲ, ਸਾਡਾ ਪਰਿਵਾਰ ਜਿਹੜਾ ਸੀ, ਬਟਾਲੇ ਹੀ ਮੇਰਾ ਜਨਮ ਹੋਇਆ ਤੇ ਉੱਥੇ ਹੀ ਸਾਡਾ ਪਰਿਵਾਰ ਜਿਹੜਾ ਉਹ ਅਸੀਂ ਫੈਕਟਰੀ ਮੇਰੇ ਫਾਦਰ ਦੀ ਹੁੰਦੀ ਸੀ, ਲੇਥ ਮਸ਼ੀਨਾਂ ਬਣਾਉਂਦੇ ਸੀ ਲੋਹੇ ਦਾ, ਜਿਸ ਤਰ੍ਹਾਂ ਮਸ਼ੀਨਾਂ ਵਗੈਰਾ, ਬੜੇ ਅੱਛੇ ਵਧੀਆ ਮੈਨੂਫੈਕਚਰਰ ਰਹੇ ਆ। ਮੈਂ ਉਹਨਾਂ ਦਾ ਇਕੱਲਾ ਹੀ ਬੇਟਾ, ਮੇਰੀਆਂ 3 ਭੈਣਾਂ ਨੇ, ਉਹ ਸੀਗੀਆਂ ਮੇਰੇ ਤੋਂ ਛੋਟੀਆਂ। ਤੇ ਮੇਰੇ ਫਾਦਰ ਦੀ ਵੀ, ਉਹਨਾਂ ਦੇ ਪਿਤਾ ਜੀ ਦੀ ਇਹ ਖਾਸ ਸੀ ਵੀ ਮੈਂ ਇੰਜੀਨੀਅਰਿੰਗ ਵਗੈਰਾ ਕਰਕੇ ਤੇ ਉਹਨਾਂ ਦੇ ਫੀਲਡ 'ਚ ਤਰੱਕੀ ਕਰਾਂ। ਪੜ੍ਹਨ 'ਚ ਮੈਂ ਬਹੁਤ ਅੱਛਾ ਸੀਗਾ, ਕਿਉਂਕਿ ਮੈਂ ਹਮੇਸ਼ਾ ਹੀ ਜ਼ਿਲ੍ਹੇ 'ਚ ਅਵਲ ਆਉਂਦਾ ਰਿਹਾ। ਪਰ ਮੇਰੇ ਮਨ 'ਚ ਜਿਹੜਾ ਨਾ, ਮੈਂ ਉੱਥੇ ਉਹ ਨਹੀਂ ਮੈਨੂੰ ਠੀਕ ਲੱਗਾ। ਮੈਂ ਫਿਰ ਆਪਣਾ ਮੈਡੀਕਲ ਪਾਸੇ ਚਲਾ ਗਿਆ। ਉੱਧਰਲੇ ਪਾਸੇ ਮੈਂ MBBS ਕੀਤੀ ਅੰਮ੍ਰਿਤਸਰ, ਤੇ ਬਾਅਦ ਦੇ ਵਿੱਚ ਫਿਰ ਮੈਂ MD ਕੀਤੀ ਬੱਚਿਆਂ ਦੀ ਡਾਕਟਰ ਦੇ ਵਿੱਚ। ਤੇ ਫਿਰ ਮੈਂ ਬਟਾਲੇ ਹੀ ਆਪਣਾ ਹਸਪੀਟਲ ਬੱਚਿਆਂ ਦਾ ਖੋਲ੍ਹ ਲਿਆ 1977 'ਚ, ਜਿਹੜਾ ਕਿ ਹੁਣ ਤੱਕ ਬੜੇ ਵਧੀਆ ਢੰਗ ਨਾਲ ਚੱਲ ਰਿਹਾ। ਤੇ ਮੈਂ ਇਸ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਬੱਚਿਆਂ ਦਾ ਡਾਕਟਰ ਸੀ। ਤੇ ਮੇਰੇ ਦੋਵੇਂ ਬੇਟੇ ਵੀ ਜਿਹੜੇ ਆ ਉਹ ਡਾਕਟਰ ਨੇ, ਇੱਕ ਬੱਚਿਆਂ ਦਾ, ਇੱਕ ਆਰਥੋਪੈਡਿਕਸ ਦਾ। ਨੂੰਹਾਂ ਵੀ ਜਿਹੜੀਆਂ ਦੋਵੇਂ ਡਾਕਟਰ ਨੇ, ਗਾਇਨੀ ਦੀਆਂ, ਪਰ ਉਹ ਹੁਣ ਸਾਰੇ ਬਾਹਰ ਚਲੇ ਗਏ। ਤੇ ਮੈਂ ਤੇ ਮੇਰੀ ਪਤਨੀ ਗੁਰਦੀਪ ਕੌਰ, ਅਸੀਂ ਹੀ ਦੋਵੇਂ ਜਣੇ ਹੁੰਦੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਤਾ ਜੀ ਦੀ ਫੈਕਟਰੀ ਸੀਗੀ, ਫਿਰ ਤੁਸੀਂ
ਡਾਕਟਰੀ ਵੱਲ ਚਲੇ ਗਏ ਹਾਂਜੀ। ਤੇ ਕਦੋਂ ਲੱਗਾ ਤੁਹਾਨੂੰ ਕਿ ਜਿਹੜੇ ਲਫ਼ਜ਼ਾਂ ਸ਼ਬਦਾਂ ਉਹਨਾਂ ਦਾ ਸ਼ਬਦਾਂ ਦਾ ਰਿਦਮ ਆ ਮੱਥੇ 'ਚ ਮਤਲਬ ਧੁਖ ਰਿਹਾ ਬਣ ਰਿਹਾ, ਉਹਨਾਂ ਦੀ ਮਹਿਕ ਆ ਰਹੀ ਆ, ਤੇ ਮੇਰਾ ਭਾਵ ਵੀ ਕਵਿਤਾ ਵੱਲ ਜਿਹੜਾ ਉਹ ਕਿਵੇਂ ਆਏ ਤੁਸੀਂ? ਉਹ ਤੇ ਵਿਸ਼ਾਲ ਜੀ ਲਗਭਗ ਉਹਦੇ ਜੜ੍ਹਾਂ 'ਚ ਹੀ ਬੀਜੀਆਂ ਗੱਲਾਂ ਹੁੰਦੀਆਂ ਮੇਰੇ ਖਿਆਲ 'ਚ। ਇੱਕ ਪੂਰੀ ਨਿਰਧਾਰਿਤ ਕਰਕੇ ਲੀਕ ਮਾਰਨੀ ਵੀ ਇਸ ਤਰੀਕ ਨੂੰ ਹੋਇਆ, ਉਹ ਤੇ ਨਹੀਂ ਸੰਭਵ। ਪਰ ਮੈਂ ਇਸ ਤਾਂ ਕਹਿ ਰਿਹਾ ਕਿ ਮੇਰੇ ਨਾਨਾ ਜੀ ਜਿਹੜੇ ਆ ਉਹ ਕਾਫੀ ਪੜ੍ਹਦੇ ਸੀ, ਬੇਸਿਕਲੀ ਤੇ ਪੋਲੀਟੀਸ਼ੀਅਨ ਸੀ, ਤੇ ਮੇਰੀ ਮਾਤਾ ਨੂੰ ਵੀ ਬਹੁਤ ਸ਼ੌਕ ਸੀ। ਉਹ ਸ਼ੁਰੂ ਤੋਂ ਹੀ ਗੁਰਬਾਣੀ ਕੀਰਤਨ ਦੇ ਬੜੇ ਜ਼ਿਆਦਾ ਅੱਛੇ ਉਹਨਾਂ BA ਕੀਤੀ ਸੀਗੀ ਰਾਗਾਂ ਦੇ ਵਿੱਚ, ਤੇ ਉਹਨਾਂ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਤੇ ਮੇਰੇ ਨਾਨਾ ਜੀ ਇੱਦਾਂ ਪੰਜਾਬੀ ਦੇ ਸਾਹਿਤ ਦੀਆਂ ਹਜ਼ਾਰਾ ਸਿੰਘ ਗੁਰਦਾਸਪੁਰੀ ਉਹਨਾਂ ਦਾ ਦੋਸਤ ਸੀਗਾ, ਜਸਵੰਤ ਸਿੰਘ ਸੀ ਜਿਹੜਾ ਉੱਥੋਂ ਵਾਲਾ ਡੇਰੇ ਬਾਬੇ ਨਾਨਕ ਵਾਲਾ ਰਾਈ, ਤੇ ਨਾਨਕ ਸਿੰਘ ਹੋਰਾਂ ਦੀਆਂ ਸਾਰੀਆਂ ਹੀ ਜਿਹੜੀਆਂ ਨਾਵਲ ਆ ਉਹ ਮੈਂ ਕੋਈ 8ਵੀਂ 9ਵੀਂ ਜਮਾਤ ਤੱਕ ਉਦੋਂ ਤੱਕ ਨਸੂਰ ਤੱਕ ਜਿਹੜੇ ਉਹਨਾਂ ਲਿਖੇ ਸੀ ਉੱਥੇ ਹੀ ਪੜ੍ਹਦੇ। ਮੇਰੀ ਮਾਤਾ ਜੀ ਪੜ੍ਹਦੇ ਹੁੰਦੇ ਸੀ ਤੇ ਮੈਂ ਉਹਨਾਂ ਕੋਲ ਲੈ ਕੇ ਪੜ੍ਹਦਾ ਸੀ। ਸੋ ਇਹ ਮੈਨੂੰ ਪੜ੍ਹਨ ਦੀ ਚੇਟਕ ਉਦੋਂ ਤੋਂ ਹੀ ਸੀ। ਕੋਈ ਵੀ ਚੀਜ਼ ਘਰ ਇੱਥੋਂ ਤੱਕ ਕਿ ਬਾਹਰੋਂ ਕੋਈ ਖਰੀਦਣ ਜਾਣਾ ਤੇ ਲਿਫਾਫਾ ਵੀ ਹੋਣਾ ਤੇ ਉਹਨੂੰ ਵੀ ਮੈਂ ਖਾਲੀ ਕਰਕੇ ਪੜ੍ਹਦਾ ਹੀ ਰਹਿਣਾ, ਕੁਛ ਨਾ ਕੁਛ ਪੜ੍ਹਦਾ ਹੀ ਰਹਿੰਦਾ ਸੀ। ਉਦੋਂ ਤੋਂ ਫਿਰ ਮੇਰੇ ਮਨ 'ਚ ਇਹ ਸੀਗਾ। ਤੇ ਬਾਕੀ ਉੱਥੇ ਸਾਡੇ ਬਟਾਲੇ ਦੀ ਇੱਕ ਸਟੇਜੀ ਕਵਿਤਾ ਦੀ ਰਵਾਇਤ ਵੀ ਸੀ। ਉੱਥੇ ਨਾ ਈਦਗਾਹ ਦੇ ਮੈਦਾਨ 'ਚ ਹਮੇਸ਼ਾ ਕਵੀ ਦਰਬਾਰ ਹੁੰਦੇ ਸੀ। ਉਦੋਂ ਸਟੇਜ ਦੇ ਉੱਤੇ ਸਟੇਜੀ ਕਵੀ ਜਿਹੜੇ ਹੁੰਦੇ ਸੀ, ਉਹਦੇ ਬਾਅਦ 'ਚ ਸ਼ਿਵ ਕੁਮਾਰ ਵੀ ਉੱਥੇ ਥੋੜੀ ਦੇਰ ਬੋਲਦਾ ਰਿਹਾ। ਉਹਨਾਂ ਦਿਨਾਂ 'ਚ ਬਰਕਤ ਰਾਮ ਯਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ ਇਹ ਹੁੰਦੇ ਸੀ। ਤੇ ਅਸੀਂ ਉੱਥੇ ਜਾ ਕੇ ਸੁਣਦੇ ਹੋਣਾ ਬੱਚੇ ਵੀਰ ਰਸ ਦੀਆਂ, ਗੁਰਦੇਵ ਸਿੰਘ ਮਾਨ ਵਗੈਰਾ ਉਹਨਾਂ ਦੀਆਂ ਕਵਿਤਾਵਾਂ ਸੁਣਨੀਆਂ। ਇਸ ਤਰ੍ਹਾਂ ਹੌਲੀ ਹੌਲੀ ਉਹ ਮੇਰੇ ਦਿਮਾਗ 'ਚ ਜ਼ਿਹਨ 'ਚ ਸੀ। ਤੇ ਗੁਰਦੁਆਰੇ ਵਿੱਚ ਜਾ ਕੇ ਤੇ ਮੇਰੇ ਨਾਨਾ ਜੀ ਮੈਨੂੰ ਕਹਿਣਾ ਵੀ ਤੂੰ ਕੋਈ ਬੋਲ ਧਾਰਮਿਕ ਗੀਤ ਜਾਂ ਕੁਝ ਵੀ। ਤੇ ਇਸ ਤਰ੍ਹਾਂ ਆਦਤ ਸਟੇਜ ਦਾ ਵੀ ਝਾਕਾ ਲੱਤ ਗਿਆ ਤੇ ਥੋੜਾ ਬਹੁਤਾ ਤੁਕਬੰਦੀ ਕਰਨ ਦੀ ਵੀ ਹੱਥ ਪੈ। ਡਾਕਟਰ ਸਾਹਿਬ ਇਹ ਤਾਂ ਹੋ ਗਿਆ ਕਿ ਤੁਹਾਨੂੰ ਪੜ੍ਹਨ ਦੀ ਜਿਹੜੀ ਚੇਟਕ ਨਾਨਾ ਜੀ ਤੋਂ ਘਰ 'ਚ ਜਿਹੜੇ ਸਾਹਿਤਕ ਮੈਗਜ਼ੀਨ ਆਉਂਦੇ ਸੀ, ਨਾਨਕ ਸਿੰਘ ਦਾ ਸਾਹਿਤ ਆਉਂਦਾ ਸੀ, ਕਿਤੇ ਤੁਸੀਂ ਬਾਲ ਮਨ ਜਿਹੜਾ ਉਹਦੇ ਨਾਲ ਜੁੜਿਆ, ਮਾਹੌਲ ਬਟਾਲੇ ਦਾ। ਪਰ ਇੱਕ ਚਲੋ ਕਵੀ ਦਰਬਾਰਾਂ ਦੇ ਦਰਸ਼ਕ ਬਣ ਜਾਣਾ, ਸੁਣਨ ਦੀ ਚੇਸ਼ਟਾ ਪੈਦਾ ਹੋ ਜਾਣੀ, ਜਿਹੜਾ ਲਿਖਣ ਵਾਲਾ ਸਵਾਬਾ ਇਹ ਕਿੱਦਾਂ ਬਣਿਆ? ਜਿਹੜਾ ਆਪਾਂ ਜੇ ਇਹਨੂੰ ਕਹੀਏ ਵੀ ਪੂਰੀ ਗੰਭੀਰਤਾ ਨਾਲ, ਉਹ ਮੈਂ ਮੈਡੀਕਲ ਕਾਲਜ ਜਾ ਕੇ ਜਦੋਂ ਅਸੀਂ ਫਾਈਨਲ 'ਚ ਹੁੰਦੇ ਸੀ ਤੇ ਉਦੋਂ ਉੱਥੇ ਇੱਥੇ ਮੈਗਜ਼ੀਨ ਇੱਕ ਵਿਸ਼ਾਲ ਨਿਕਲਦਾ ਹੁੰਦਾ ਸੀ। ਉਹਨੇ ਸ਼ੁਰੂ ਕੀਤਾ ਸੀ ਜਿਹੜਾ ਬਲੈਚ ਬੈਂਚ ਵੀ ਉਹਨੇ ਸ਼ੁਰੂ ਕੀਤਾ ਸੀ। ਉਹਦੇ ਵਿੱਚ ਫਿਰ ਮੈਡੀਕਲ ਜਿਹੜਾ ਸਾਡਾ ਮੈਗਜ਼ੀਨ ਸੀਗਾ ਕਾਲਜ ਦਾ, ਉਹਦੇ ਵਿੱਚ ਵੀ ਆਪਾਂ ਕਵਿਤਾਵਾਂ ਇੱਦਾਂ ਛਪਦੀਆਂ ਸਨ। ਆਪਣੇ ਵੀ ਦਿਲ 'ਚ ਸੀ ਵੀ ਕੁਛ ਨਾ ਕੁਛ ਲਿਖੀਏ। ਉਦੋਂ ਫਿਰ ਜਿਵੇਂ ਕਿ ਆਮ ਉਸ ਉਮਰ 'ਚ ਥੋੜ੍ਹੀ ਬਹੁਤੀ ਕੁਛ ਇਸ ਤਰ੍ਹਾਂ ਦੀ ਬੰਦੇ ਦਾ ਉਹਨੂੰ ਹਾਦਸਾ ਕਹਿ ਲਓ ਜਾਂ ਬਸ ਮੈਂ ਇੱਥੋਂ ਹੀ ਗੱਲ ਸ਼ੁਰੂ ਕਰ ਉਦੋਂ ਉਹਨਾਂ ਕਰਕੇ ਭਾਵੇਂ ਉਹ ਸਾਰਿਆਂ ਨਾਲ ਹੀ ਵਾਪਰਦਾ ਹੋਵੇ, ਪਰ ਉਹ ਕਾਲਜ ਲੈਵਲ ਤੇ ਕੁਝ ਨਾ ਕੁਝ ਬੰਦੇ ਨੂੰ ਇੰਜ ਮਹਿਸੂਸ ਹੁੰਦਾ ਤੇ ਉਹ ਤੁਹਾਨੂੰ ਇੱਕ ਬਰਸਟ ਹੁੰਦਾ ਵਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਇੱਕ ਆਮ ਭਾਸ਼ਾ 'ਚ ਕਹਿ ਸਕਣਾ ਉਹਨਾਂ ਉਹ ਠੀਕ ਉਹ ਅਜੀਬ ਜਿਹਾ ਲੱਗਦਾ। ਤੇ ਉਹਨੂੰ ਤੁਸੀਂ ਇੱਕ ਆਪਣੇ ਵਧੀਆ ਢੰਗ ਨਾਲ ਆਪਣੇ ਇੱਕ ਪੋਇਟਰੀ ਨਾਲ ਸ਼ਬਦਾਂ ਦੇ ਵਿੱਚ ਇੰਝ ਲੱਗਦਾ ਕਿ ਉਹ ਜਿਹੜੇ ਜਿੱਦਾਂ ਸ਼ਿਵ ਕੁਮਾਰ ਨੇ ਜਾਂ ਹੋਰ ਕਵੀ ਨੇ ਉਹ ਬੋਲਦੇ ਨੇ, ਉਹ ਗੱਲ ਕਰਦੇ ਆ, ਆਪਣੇ ਦਿਲ ਦੀ ਗੱਲ ਕਰਦੇ ਆ। ਫਿਰ ਉਹ ਕਿਉਂਕਿ ਤੁਹਾਡਾ ਮਨ ਜਿਹੜਾ ਵਾ ਉਹ ਬੜਾ ਸੰਵੇਦਨਸ਼ੀਲ ਹੁੰਦਾ। ਤੇ ਜਦੋਂ ਅਸੀਂ ਪੜ੍ਹਦੇ ਹੋਣਾ ਤੇ ਕਈ ਵਾਰੀ ਦੇਖਣਾ ਕਿ ਬਾਹਰ ਇੱਦਾਂ ਗਰਮੀ ਦੇ ਵਿੱਚ ਮਜ਼ਦੂਰਾਂ ਨੇ ਕੰਮ ਕਰਨਾ ਜਾਂ ਹੋਰ ਬੱਚੇ ਜਿਹੜੇ ਤੁਰੇ ਫਿਰਨੇ ਨੰਗ ਧੜੰਗੇ, ਉਹਨਾਂ ਵੱਲ ਵੇਖ ਕੇ ਮਨ 'ਚ ਕੁਛ ਲੱਗਣਾ ਕਿ ਇਹ ਕਿੰਨੇ ਔਖੇ ਨੇ, ਅਸੀਂ ਕਿੰਨੇ ਪੜ੍ਹ ਲਿਖ ਕੇ ਮਤਲਬ ਆਰਾਮ ਦੀ ਜ਼ਿੰਦਗੀ ਜੀ ਰਹੇ ਆ। ਤੇ ਉਹਨਾਂ ਦੀ ਫਿਰ ਉਹਦੀ ਥਾਂ ਤੇ ਖਲੋ ਕੇ ਤੁਸੀਂ ਉਹ ਜੇ ਆਪਣੇ ਮਨ 'ਚ ਜਿਹੜੇ ਵਿਚਾਰ ਆਉਣੇ ਤੋਂ ਕੁਝ ਨਾ ਕੁਝ ਪੈਨ ਡਾਊਨ ਕਰਨ ਦੀ ਕੋਸ਼ਿਸ਼ ਨਹੀਂ। ਨਹੀਂ ਡਾਕਟਰ ਸਾਹਿਬ ਉਹੀ ਗੱਲ ਆ ਕਿ ਉਸ ਜਿਸ ਤਰ੍ਹਾਂ ਤੁਸੀਂ ਉਮਰ ਦੇ ਤਕਾਜ਼ੇ ਦੀ ਗੱਲ ਕੀਤੀ ਹੈ ਤੇ ਉਦੋਂ ਸਾਰਾ ਕੁਝ ਵਾਪਰਦਾ ਵਾ, ਨਿਰਾਸ਼ ਵੀ ਹੁੰਦੇ ਆ, ਤੁਸੀਂ ਵੀ ਨਿਰਾਸ਼ ਹੋਏ। ਚਲੋ ਆਪਾਂ ਵਿਸਥਾਰ 'ਚ ਨਹੀਂ ਜਾਂਦੇ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਬੜੀ ਘਰਾਂ ਦੇ ਵਿੱਚ ਵੀ ਸਮੱਸਿਆ ਹੋ ਜਾਂਦੀ। ਵੈਸੇ ਐਡੀ ਤੇ ਨਹੀਂ ਗੱਲ ਕੋਈ ਇਸ ਉਮਰ 'ਚ ਛੱਡ ਕੇ ਕੌਣ ਕਿੱਥੇ ਜਾਊਗਾ। ਤੇ ਚਲੋ ਆਪਾਂ ਤੁਹਾਡੇ ਸਫ਼ਰ ਦੀ ਗੱਲ ਸ਼ੁਰੂ ਹੋ ਗਈ। ਇਹ ਤੁਹਾਡੀ ਦੋਸਤੀ
ਦਾ ਦਾਇਰਾ ਡਾਕਟਰ ਜੋਗਿੰਦਰ ਕੈਰੋਂ, ਪਰਮਿੰਦਰਜੀਤ, ਮੁਖਤਾਰ ਗਿੱਲ, ਆਪਣਾ ਦਲਬੀਰ ਚੇਤਨ ਹੋਰੀ, ਜਸਬੀਰ ਭੁੱਲਰ ਹੋਣੀ, ਇਹ ਸਾਰੇ ਮਤਲਬ ਇੱਕ ਸੀਗੀ ਤੁਹਾਡਾ ਬੜੇ ਖੂਬਸੂਰਤੀ ਦਾ ਦਾਇਰਾ ਸੀ। ਤੁਸੀਂ ਹੋਸਟਲ 'ਚ ਵੀ ਇਕੱਠੇ ਰਹੇ, ਡਾਕਟਰੀ ਕਰਦੇ ਆ ਇਕੱਠੇ, ਡਾਕਟਰ ਕਰਨੈਲ ਹੋਣੀ ਤੁਹਾਡੇ ਨਾਲ ਰਹੇ। ਉਹ ਪ੍ਰੀਤਨਗਰ ਦੀ ਤੁਸੀਂ ਸਾਰੇ ਰਹਿੰਦੇ ਸੀ, ਉੱਥੋਂ ਅੱਖਰ ਸ਼ੁਰੂ ਕੀਤਾ, ਫਿਰ ਲੋ ਆਇਆ ਕੁਛ, ਉਹਦਾ ਤਾਂ ਉਹਨਾਂ ਦਿਨਾਂ ਦੀ ਗੱਲ ਯਾਦ ਸਾਂਝੀ ਕਰੋ। ਹਾਂ, ਸਾਡੇ ਸਭ ਤੋਂ ਪਹਿਲਾਂ ਜਿਹੜਾ ਮੇਰੇ ਸੰਪਰਕ 'ਚ ਮੋਹਨਜੀਤ ਅਜਾਇਬ ਹੁੰਦਲ ਤੇ ਉਧਰੋਂ ਮੁਖਤਾਰ ਗਿੱਲ ਤੇ ਗੁਲਚੌਨ, ਇਹਨਾਂ ਨਾਲ ਸਾਡਾ ਸਭ ਤੋਂ ਪਹਿਲਾਂ ਸੰਪਰਕ ਹੋਇਆ। ਮੁਖਤਾਰ ਗਿੱਲ ਪ੍ਰੀਨਗਰ 'ਚ ਰਹਿੰਦਾ ਹੁੰਦਾ ਸੀ ਤੇ ਅਸੀਂ ਉਦੋਂ ਸਾਡੇ ਕਾਲਜ ਐਜੀਟੇਸ਼ਨ ਚੱਲਦੀ ਸੀ, ਸਟੂਡੈਂਟ ਸੀ, ਅਸੀਂ ਉੱਥੇ ਗੁਰਬਖਸ਼ ਸਿੰਘ ਤੋਂ ਸਾਰੇ ਹੀ ਪ੍ਰਭਾਵਿਤ ਸੀ। ਉਦੋਂ ਅਸੀਂ ਉੱਥੇ ਜਾ ਕੇ ਤੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਤੇ ਮੁਖਤਾਰ ਕੋ ਰਹਿਣਾ, ਉੱਥੇ ਗੁਲਚੌਨ ਵੀ ਉੱਥੇ ਪੜ੍ਹਾਉਂਦਾ ਹੁੰਦਾ ਸੀ। ਅੱਛਾ ਅੱਛਾ। ਤੇ ਉੱਥੇ ਸਾਡਾ ਆਉਣਾ ਜਾਣਾ ਹੋ ਗਿਆ। ਫਿਰ ਪਰਮਿੰਦਰਜੀਤ ਨਾਲ ਵਾਸਤਾ ਹੋ ਗਿਆ, ਫਿਰ ਮੋਹਨਜੀਤ ਨੇ ਆਇਆ ਕਰਨਾ ਕਦੀ ਕਦੀ, ਉੱਥੇ ਬੈਠ ਕੇ ਗੱਪਾਂ ਛੱਪਾਂ ਮਾਰਨੀਆਂ ਠੰਡੀ ਖੂਹੀ ਤੇ ਬਹਿ ਕੇ। ਉਹ ਫਿਰ ਹੌਲੀ 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 ਉਹਨਾਂ ਨਾਲ ਦੋਸਤੀਆਂ ਇੱਦਾਂ ਹੁੰਦੀਆਂ ਰਹੀਆਂ। ਫਿਰ ਅਸੀਂ ਮੇਰਾ ਤੇ ਕਰਨੈਲ ਦਾ ਇਕੱਠਾ ਕਮਰਾ ਹੁੰਦਾ ਸੀ, 19 ਨੰਬਰ ਕਮਰਾ। ਉੱਥੇ ਅਸੀਂ ਮੈਂ ਚਿਲਡਰਨ ਵਾਰਡ 'ਚ ਕਰਦਾ ਹੁੰਦਾ ਸੀ ਕੰਮ, ਤੇ ਕਰਨੈਲ ਮੈਡੀਸਨ 'ਚ ਹੁੰਦਾ ਸੀ। ਉੱਥੇ ਫਿਰ ਇਹਨਾਂ ਮਿੱਤਰਾਂ ਨੇ ਆਇਆ ਕਰਨਾ। ਉੱਥੇ ਉਸ ਵੇਲੇ ਦੇ ਨਾਟਕ ਦੇ ਨਾਲ ਜੁੜੇ ਜਿਹੜੇ ਭਾਗੁਰਸ਼ਨ ਸਿੰਘ ਹੋਰਾਂ ਦੇ, ਸੁਰੇਸ਼ ਪੰਡਤ, ਵੇਦ ਸ਼ਰਮਾ, ਕਦੀ ਉਹਨਾਂ ਨੇ ਆ ਜਾਣਾ ਕਦੀ। ਸੋ ਸਾਡੇ ਕਮਰੇ 'ਚ ਸਾਡੇ ਦੋਵਾਂ ਤੋਂ ਸਵਾਦ ਸਾਰੇ ਹੀ ਹੁੰਦੇ ਸੀ। ਅਸੀਂ ਸਿਰਫ ਜਦੋਂ ਆਉਣਾ ਤੇ ਕਈ ਵਾਰੀ ਉਹਨਾਂ ਨੇ ਏਦਾਂ ਕਰਕੇ ਵੇਖਣਾ ਵੀ ਤੁਸੀਂ ਕੌਣ ਹੋ, ਤੁਸੀਂ ਕਿੱਧਰ ਆਏ। ਮਤਲਬ ਮਾਲਵੇ ਤੋਂ ਹਰਭਾਜੀਤ, ਪਾਲੀ, ਮੂਰਜੀਤ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਕੋਨੇ 'ਚ 19 ਨੰਬਰ ਕਮਰੇ ਦਾ ਨਾ ਬੜਾ ਉਦੋਂ ਬੜੀ ਕ੍ਰੀਏਟਿਵ ਵੀ ਉੱਥੇ ਗੱਲਾਂ ਹੁੰਦੀਆਂ ਸੀ। ਤੇ ਅਸੀਂ ਉਦੋਂ ਪਰਚਾ ਮੋਹਨਜੀਤ ਚਰਚਾ ਕਰਦਾ ਹੁੰਦਾ ਸੀ। ਹਾਂਜੀ ਹਾਂਜੀ। ਤੇ ਉਹਨਾਂ ਦੇ ਜਿਹੜਾ ਬਾਅਦ ਵਿੱਚ ਉਹਨਾਂ ਦੇ ਬ੍ਰਦਰ ਨੇ, ਉਹਦੇ ਭਰਾ ਨੇ, ਹਾਂ, ਉਹ ਫਾਈਨਾਂਸ ਉਹ ਕਰਦੇ ਸੀ। ਤੇ ਉਹ ਚਰਚਾ ਦੇ ਵਿੱਚ ਵੀ ਫਿਰ ਕਵਿਤਾਵਾਂ ਮੇਰੀਆਂ ਵੀ ਛਪੀਆਂ। ਫਿਰ ਅਸੀਂ ਪ੍ਰੀਤਨਗਰ ਬੜਾ ਸਾਡਾ ਆਉਣ ਜਾਣ ਕਾਫੀ ਸੀ ਤੇ ਮੁਖਤਾਰ ਨੇ, ਕਰਨੈਲ ਨੇ, ਮੈਂ, ਅਸੀਂ ਸੋਚਿਆ ਵੀ ਇੱਕ ਪਰਚਾ ਕੱਢੀਏ। ਤੇ ਪਰਮਿੰਦਰਜੀਤ ਉਦੋਂ ਫ੍ਰੀ ਸੀਗਾ, ਉਹ ਫਿਰ ਅੱਖਰ ਉਹਦਾ ਨਾਮ ਰੱਖ ਕੇ ਤੇ ਉੱਥੋਂ ਸ਼ੁਰੂ ਕੀਤਾ ਗਿਆ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਕੋਈ 1977 ਮਤਲਬ 74 ਦੇ ਲੱਗ ਚਾਹੀਦਾ, 74 ਦੇ 74 ਜਾਂ 75 ਦੀ ਗੱਲ। ਅਸੀਂ ਫਿਰ ਉੱਥੋਂ ਮੈਟਰ ਕਰਕੇ ਤਿਆਰ ਤੇ ਪ੍ਰਭਜੋਤ ਪ੍ਰੈਸ ਤੇ ਉੱਥੇ ਆਉਣਾ। ਉਦੋਂ ਗੇਲੀਆਂ ਦੇ ਉੱਤੇ ਉਹ ਇਦਾਂ ਜਿਹੜੀ ਪ੍ਰਿੰਟ ਸਿੱਕੇ ਵਾਲੀ ਪ੍ਰਿੰਟਿੰਗ ਹੁੰਦੀ ਸੀ, ਉੱਥੇ ਆ ਕੇ ਤੇ ਰਾਤ ਨੂੰ ਬਹਿ ਕੇ ਪ੍ਰੂਫ ਪੜ੍ਹਨੇ ਤੇ ਉਹ ਛੋਟਾ ਜਿਹਾ ਪਰਚਾ ਉਦੋਂ ਛਾਪਣਾ ਤੇ ਉਹ ਫਿਰ ਆਪ ਹੀ ਸਾਰੇ ਇਦਾਂ ਵੰਡਣਾ। ਇਹ ਡਾਕਟਰ ਸਾਹਿਬ ਤੁਹਾਡਾ ਜਿੱਦਾਂ ਆਪਾਂ ਦੇਖੋ ਬਹੁਤ ਘੱਟ ਲੋਕਾਂ ਦੇ ਇਹ ਹਿੱਸੇ ਆਉਂਦਾ ਸਾਰਾ ਕੁਝ ਕਿ ਇੰਨਾ ਸਮੂਥਲੀ ਮਤਲਬ ਇਸ ਕਵਿਤਾ ਦੇ ਸਫ਼ਰ ਵੱਲ ਜਾਣਾ, ਸੰਪਾਦਕੀ ਦੇ ਸਫ਼ਰ ਵੱਲ ਜਾਣਾ, ਇੱਕ ਡਾਕਟਰੀ ਕਰ ਲੈਣੀ, ਇੱਕ ਸ਼ੁਰੂ ਤੋਂ ਸਫ਼ਰ ਕਿੱਦਾਂ ਬਹੁਤ ਵਧੀਆ ਕਿ ਤੁਸੀਂ ਸੰਪਾਦਕ ਦੇ ਮੁਕਾਮ ਤੱਕ ਪਹੁੰਚੇ। ਮੇਰਾ ਅਗਲਾ ਸਵਾਲ ਇਹ ਹੈ ਕਿ ਜਿਹੜਾ ਕਵਿਤਾ ਦਾ ਰਿਸ਼ਤਾ ਆ ਉਹ ਕਵੀ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ? ਕਵਿਤਾ ਦਾ ਜਿਹੜਾ ਰਿਸ਼ਤਾ ਉਹ ਆਪਣੇ ਆਪ ਇਦਾਂ ਦਾ ਰਿਸ਼ਤਾ ਬਣਦਾ ਜਿੱਦਾਂ ਦਾ ਕਿਸੇ ਦਾ ਆਪਣੇ ਸਾਹਾਂ ਦੇ ਨਾਲ ਜਾਂ ਆਪਣੀ ਜ਼ਿੰਦਗੀ ਨਾਲ ਜਾਂ ਦਿਲ ਦੀ ਧੜਕਣ ਨਾਲ ਹੁੰਦਾ। ਮੈਨੂੰ ਹਮੇਸ਼ਾ ਹੀ ਕੋਈ ਕਵਿਤਾ ਦੇ 4 ਸ਼ਬਦ ਲਿਖ ਕੇ, ਕਵਿਤਾ ਲਿਖ ਕੇ ਉਹ ਇੰਨੀ ਕੁ ਤਸੱਲੀ ਹੁੰਦੀ ਰਹੀ ਜਿੰਨੀ ਮੈਂ ਜਦੋਂ ਮੈਂ ਬਹੁਤ ਜ਼ਿਆਦਾ ਤਲਖੀ ਚ ਹੋਵਾਂ, ਤੰਗ ਹੋਵਾਂ ਤੇ ਉਹਨਾਂ ਭਾਵੇਂ ਕਿੰਨੇ ਹਜ਼ਾਰਾਂ ਰੁਪਏ ਵੀ ਤੁਸੀਂ ਕਮਾ ਲਓ, ਉਹਦੇ 'ਚ ਕੋਈ ਉਹ ਨਹੀਂ ਸੈਟੀਸਫੈਕਸ਼ਨ ਹੁੰਦੀ। ਅੰਦਰ ਕੁਝ ਲੱਗਦਾ, ਕੁਝ ਕਹਿਣ ਵਾਲਾ ਵਾ, ਕੁਝ ਰਹਿ ਗਿਆ ਵਾ, ਕੁਝ ਉਹਦਾ ਨਿਕਾਸ ਹੋਣਾ ਚਾਹੀਦਾ। ਉਹ ਰਿਸ਼ਤਾ ਇਦਾਂ ਦਾ ਵਾ ਕਿ ਉਹ ਤੁਹਾਡੇ ਅਖੀਰਲੇ ਸਾਹਾਂ ਤੱਕ ਨਿਭਣ ਵਾਲਾ ਰਿਸ਼ਤਾ ਵਾ। ਤੇ ਇਸ ਕਰਕੇ ਮੈਂ ਉਹਨੂੰ ਕਦੀ ਵੀ ਜਿਉਂ ਤੁਸੀਂ ਆਪਣੀ ਤੁਹਾਡੀ ਸੋਚ ਦੇ ਵਿੱਚ ਵਿਕਾਸ ਹੁੰਦਾ, ਪ੍ਰੌੜਤਾ ਹੁੰਦੀ ਆ, ਤੁਸੀਂ ਉਸ ਥੋੜੇ ਹੋਰ ਵੱਡੇ ਦਾਇਰੇ 'ਚ ਵਿਚਰਦੇ ਹੋ, ਤੁਹਾਡੀ ਕਵਿਤਾ ਵਿੱਚ ਵੀ ਉੱਦਾਂ ਦੇ ਬਦਲਾਅ ਆਉਂਦੇ ਰਹਿੰਦੇ ਤੇ ਪਰ ਇਹ ਨਾਲ ਹੀ ਤੁਹਾਡੇ ਨਿਭਣ ਵਾਲਾ ਇੱਕ ਪ੍ਰਸੰਗ ਆ। ਇਹ ਡਾਕਟਰ ਸਾਹਿਬ ਇੱਕ ਗੱਲ ਹੋਰ ਆ, ਮਤਲਬ ਜਿਹੜਾ ਸਾਹਿਤ ਹੈ ਉਹਦਾ ਸਮਾਜ ਦੇ ਨਾਲ ਬਹੁਤ ਡੂੰਘਾ ਸੰਬੰਧ ਆ, ਗਹਿਰਾ ਸੰਬੰਧ ਆ, ਕਿਉਂਕਿ ਕਵੀ ਸੁਚੇਤ ਆ ਤੇ ਆਲੇ ਦੁਆਲੇ ਜੋ ਵਾਪਰਦਾ ਉਹ ਤੁਸੀਂ ਪਹਿਲਾਂ ਹੀ ਦੱਸਿਆ ਕਿ ਜਦੋਂ ਪੜ੍ਹਦੇ ਸੀਗੇ ਯੂਨੀਵਰਸਿਟੀ ਜਾਂ ਮੈਡੀਕਲ ਕਰਦੇ ਬਾਹਰ ਆ ਕੇ ਕਾਲਜ ਪੜ੍ਹਦੇ ਸੀ, ਬੱਚੇ ਮਜ਼ਦੂਰੀ ਕਰ ਰਹੇ ਮਤਲਬ ਲੇਖਕ ਬਣਤੇ, ਕਵੀ ਬਣਤੇ, ਉਹ ਅਸਰ ਕਰਦਾ। ਹੁਣ
ਕਵੀ ਦਾ ਸਮਾਜ ਪ੍ਰਤੀ ਕਿਹੜੀ ਜ਼ਿੰਮੇਵਾਰੀ ਬਣਦੀ ਹੈ, ਜਿਸ ਸਮਾਜ 'ਚ ਅਸੀਂ ਸਾਹ ਲੈ ਰਹੇ ਹਾਂ, ਜਿਹੜਾ ਸਮਾਜ ਸਾਨੂੰ ਸਿਰਜਦਾ ਵਾ, ਤੇ ਮੈਂ ਸਮਝਦਾ ਵਾਂ ਕਵੀ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਇੱਥੇ ਕਵੀ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਕਵੀ ਜਿਹੜਾ ਵਾ ਉਹਦੇ ਅੰਦਰ ਜਿਹੜੀ ਮਾਨਵਵਾਦ ਦੀ ਸੋਚ ਆ, ਉਹਨੇ ਆਪਣੇ ਆਪ ਹੀ ਉਹ ਪ੍ਰਗਟ ਹੋਣਾ ਵਾ, ਔਰ ਉਹਦੀ ਪ੍ਰਤੀਬਿੰਬਤਾ ਜਿਹੜੀ ਭਾਵੇਂ ਆਪਣੇ ਨਾਲ ਆ, ਉਹਦੇ ਬਾਵਜੂਦ ਉਹਦੀ ਸਮਾਜ ਪ੍ਰਤੀ ਬੜੀ ਇੱਕ ਗੈਰ ਗੰਭੀਰ ਜ਼ਿੰਮੇਵਾਰੀ ਆ। ਇਹ ਠੀਕ ਆ ਕਿ ਉਹ ਇੱਕ ਨਾਰਾ ਨਵਾਂ ਗੱਲ ਨਾ ਕਰੇ, ਸਲੋਗਨ ਵਾਲੇ ਢੰਗ ਨਾਲ ਨਾ ਗੱਲ ਕਰੇ, ਬੜੇ ਸਟਲ ਬੜੇ ਸੂਖਮ ਅੰਦਾਜ਼ ਨਾਲ ਸਹਿਜ ਢੰਗ ਨਾਲ ਗੱਲ ਕਰਦਾ, ਪਰ ਉਹਦੀ ਸਮਾਜ ਪ੍ਰਤੀ ਪੂਰੀ ਜ਼ਿੰਮੇਵਾਰੀ ਆ, ਕਿਉਂਕਿ ਉਹਨੇ ਹੀ ਰਾਹ ਵਿਖਾਉਣਾ ਵਾ, ਉਹਨੇ ਹੀ ਮਤਲਬ ਜਿਹੜੀ ਪੀੜਤ ਲੁਕਾਈ ਨੂੰ ਸਾਰਾ ਰਸਤਾ ਦੱਸਣਾ। ਉਹ ਜ਼ਰੂਰੀ ਨਹੀਂ ਕਿ ਉਹ ਆਪ ਮਾਇਕ ਤੌਰ ਤੇ ਜਾਂ ਠੀਕ ਠਾਕ ਉਹਦੇ ਜੀਵਨ ਹੋਏ, ਉਹ ਦੂਸਰੇ ਉਹਦੇ ਆਪਣੇ ਤੋਂ ਘੱਟ ਜਿਹੜੇ ਲੱਕੀ ਬੰਦੇ ਆ ਉਹਨਾਂ ਦੇ ਵਿੱਚ ਜਾ ਕੇ ਉਹ ਰਹਿ ਕੇ ਸੋਚ ਸਕਦਾ ਕਿ ਉਹਦੇ ਤੇ ਕਿਹੜੀ ਤਕਲੀਫ ਗੁਜ਼ਰੀ। ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਨੇ, ਜਿਹੜੀ ਜਿੱਦਾਂ ਨਦੀ ਪਾਉਣ ਖੁਸ਼ਬੂ ਚੋਂ ਜਿਹੜੀ ਸਾਰੀ ਖੂਨੀ ਹਨੇਰੀ ਵਗ ਰਹੀ ਸੀ, ਤੇ ਉਹ ਅਸੀਂ ਵੇਖਿਆ ਉਹ ਦੌਰ, ਉਹਦੇ ਵਿੱਚ ਆਪਾਂ ਪੀੜਤ ਧਿਰ ਨਾਲ ਹੀ ਹਮੇਸ਼ਾ ਮਾਨਸਿਕ ਤੌਰ ਤੇ ਖਲੋ ਕੇ ਉਹਦਾ ਜਿਹੜਾ ਵਾ ਉਹਨੂੰ ਦੱਸਿਆ ਵੀ ਮੈਂ ਉਹਦੇ ਬਾਰੇ ਪੇਪਰ ਵੀ ਲਿਖਿਆ, ਮੈਂ ਪੜ੍ਹਿਆ ਵੀ ਨਿਊਯਾਰਕ ਕਿ ਜਿਹੜਾ ਪੰਜਾਬੀ ਕਵੀ ਆ ਉਹਨੇ ਹਮੇਸ਼ਾ ਹੀ ਜਿਹੜੀ ਪੀੜਤ ਲੁਕਾਈ ਦਾ ਜ਼ਿਕਰ ਕੀਤਾ, ਉਹਨੇ ਕਦੀ ਧੜਿਆਂ 'ਚ ਨਹੀਂ ਉਹ ਵੰਡਿਆ ਗਿਆ। ਤੇ ਜਿਹੜੀ ਜ਼ਮੀਰ ਜਿਹੜੀ ਹੈ ਨਾ ਜਾਗਦੀ, ਉਹ ਕਵੀ ਦੀ ਜ਼ਰੂਰ ਹੋਣੀ ਚਾਹੀਦੀ ਆ, ਔਰ ਸਮਾਜ ਪ੍ਰਤੀ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਆ ਬਹੁਤ। ਔਰ ਸਾਰੇ ਜਿਵੇਂ ਪਿੱਛੇ ਕਿਸਾਨਾਂ ਦਾ ਦੌਰ ਸੀ, ਮੋਰਚਾ ਸੀ, ਅਸੀਂ ਸਾਰਿਆਂ ਨੇ ਉਹਦੇ ਬਾਰੇ ਕਵਿਤਾਵਾਂ ਲਿਖੀਆਂ, ਯਾਨੀ ਮੈਂ ਵੀ ਲਿਖੀਆਂ ਕਿ ਫਸਲਾਂ ਤੇ ਨਸਲਾਂ ਦੀ ਗੱਲ, ਕਿ ਉਹਨਾਂ ਨੂੰ ਉਹਦੇ 'ਚ ਇੱਕ ਸਟਲ ਤਰੀਕੇ ਨਾਲ ਤੁਸੀਂ ਉਹਨੂੰ ਹਾਕਮਾਂ ਨੂੰ ਕਹਿੰਦੇ ਹੋ ਕਿ ਸਾਨੂੰ ਉਹ ਫਸਲਾਂ ਬੀਜਣ ਦਿਓ ਜਿਹਦੇ ਨਾਲ ਲੋਕ ਵੀ ਰੱਜਣ ਤੇ ਜੱਟ ਵੀ ਜਿਹੜਾ ਵਾ ਉਹ ਆਪਣਾ ਉਹਦਾ ਵੀ ਢਿੱਡ ਭਰੇ, ਨਾ ਕਿ ਸਾਨੂੰ ਉਹ ਭਗਤ ਸਿੰਘ ਵਾਲੀਆਂ ਉਹ ਫਸਲਾਂ ਬੀਜਣ ਲਈ ਮਜਬੂਰ ਕਰੋ ਕਿ ਜਿਹਦੇ ਨਾਲ ਫਿਰ ਸਾਂਭਣਾ ਮੁਸ਼ਕਿਲ ਹੋ ਜਾਵੇ। ਇਸੇ ਤਰ੍ਹਾਂ ਵੀ ਅਸੀਂ ਦਿੱਲੀ ਨਹੀਂ ਜਿੱਤਣੀ, ਅਸੀਂ ਤਾਂ ਐਸ ਕਰ ਲਈ ਇੱਥੇ ਆਏ ਹਾਂ। ਇਸ ਮਤਲਬ ਆਪਣਾ ਯੋਗਦਾਨ ਅਸੀਂ ਹਰ ਸ਼ਾਇਰ ਜਿਹੜਾ ਵਾ, ਤੇ ਮੈਂ ਵੀ ਹਰ ਲਹਿਰ 'ਚ ਡੁੱਬ ਕੇ ਜਾਂ ਉਹਦਾ ਝੰਡਾ ਫੜ ਕੇ ਨਹੀਂ ਕੁਝ ਕੀਤਾ, ਪਰ ਜਿਹੜਾ ਉਹਦਾ ਦਰਦ ਆ ਉਹਨੂੰ ਜ਼ਰੂਰ ਸਮੇਂ ਸਿਰ ਮੈਂ ਸਮਝਦਾ ਕਿ ਉਹ ਇੱਕ ਸਾਡਾ ਫਰਜ਼ ਬਣਦਾ ਕਿ ਜੇ ਅਸੀਂ ਉਹਦੇ ਤੋਂ ਰਹਿ ਕੇ ਨੀਰੋ ਵਾਂਗੂ ਮਹਿਲ 'ਚ ਬਹਿ ਕੇ ਬੰਸਰੀ ਵਜਾਵਾਂਗੇ, ਰੋਮ ਸੜ ਰਿਹਾ ਹੋਵੇ, ਤੇ ਉਹ ਸਾਡੀ ਸਹੀ ਭੂਮਿਕਾ ਨਹੀਂ ਹੋਵੇਗੀ। ਡਾਕਟਰ ਸਾਹਿਬ ਬੜੀ ਵਧੀਆ ਤੁਸੀਂ ਜਵਾਬ ਦਿੱਤੀ। ਕਰੀਬ ਜਿੱਥੋਂ ਤੱਕ ਮੈਂ ਸੋਚਦਾ ਵਾਂ ਤੁਹਾਡਾ 50 ਸਾਲ ਦੇ ਸਫ਼ਰ ਕੀਤਾ ਤੁਸੀਂ ਕਵਿਤਾ ਦੇ ਵਿੱਚ, ਲੇਖਣੀ ਦੇ ਵਿੱਚ, ਤੇ ਡਾਕਟਰ ਰਵਿੰਦਰ ਦਾ ਜੇ ਮੈਂ ਕਹਿੰਦਾ ਕਿ ਜੇ ਕਵਿਤਾ ਦਾ ਮੁਲਾਂਕਣ ਕਰਨਾ ਤੇ ਡਾਕਟਰ ਰਵਿੰਦਰ ਦੀ ਕਵਿਤਾ ਦਾ ਵੀ ਮੁਲਾਂਕਣ ਨਾਲ ਹੀ ਹੋਊਗਾ, ਜਿੱਦਾਂ ਤੁਸੀਂ ਕਿਸਾਨ ਬਾਰੇ, ਮੋਰਚੇ ਬਾਰੇ ਗੱਲਬਾਤ ਕੀਤੀ। ਡਾਕਟਰ ਸਾਹਿਬ ਤੁਸੀਂ ਬਹੁਤ ਇੱਕ ਮਿਆਰੀ ਪਰਚਾ ਬਹੁਤ ਪਹਿਲਾਂ, ਮੇਰਾ ਖਿਆਲ 80 ਦੇ ਦਹਾਕੇ ਦੀ ਗੱਲ ਹੋਊਗੀ, ਵਿਕਲਪ ਨਾਂ ਦਾ ਪਰਚਾ ਸ਼ੁਰੂ ਕੀਤਾ ਹੈ। ਉਹ ਸੰਪਾਦਕ ਉਹਦੇ ਬਰਾਬਰ ਮੇਰਾ ਖਿਆਲ ਨਾਲ ਅੱਖਰ ਵੀ ਨਿਕਲਦਾ ਰਿਹਾ ਜਾਂ ਲੋ ਨਿਕਲਦਾ ਰਿਹਾ। ਉਹ ਵਿਕਲਪ ਦੇ ਤਜਰਬੇ ਬਾਰੇ ਗੱਲ ਦੱਸੋ ਕਿ ਉਹ ਤੁਸੀਂ ਕਿਵੇਂ ਉੱਥੋਂ ਤੱਕ ਆਏ ਤੇ ਉਹਨੂੰ ਬੰਦ ਕਿਉਂ ਕਰਨਾ ਪੈ ਗਿਆ? ਵਿਕਲਪ ਜਿਹੜਾ ਅਸੀਂ ਉਹ ਤ੍ਰਿਮਾਸਿਕ ਮੈਂ ਸ਼ੁਰੂ ਕੀਤਾ, ਬਟਾਲਿਓਂ ਸ਼ੁਰੂ ਕੀਤਾ, ਤੇ ਉਦੋਂ ਬੜਾ ਅੱਛਾ ਉਹਦੇ 'ਚ ਅਸੀਂ ਇੱਕ ਖਾਸ ਕਾਲਮ ਹੁੰਦਾ ਸੀ ਕਿ ਸ਼ਾਇਰ ਦੇ ਅੰਗ ਸਨ। ਉਹਦੇ ਵਿੱਚ ਅਸੀਂ ਕਵੀ ਦੀਆਂ 7 ਕਵਿਤਾਵਾਂ, ਉਹਦਾ ਆਪਣਾ ਉਹਦੇ ਬਾਰੇ ਸਵੈ ਕਥਨ, ਉਹਦੀ ਰਚਨ ਪ੍ਰਕਿਰਿਆ ਦੇ ਬਾਰੇ, ਤੇ ਨਾਲ ਉਹਦੇ ਇੱਕ ਸਮਕਾਲੀ ਦਾ ਪ੍ਰਤੀਕਰਨ, ਤੇ ਇੱਕ ਆਲੋਚਕ ਜਿਹੜੇ ਸਾਡੇ ਐਸਟੈਬਲਿਸ਼ਡ ਆਲੋਚਕ ਆ ਉਹਨਾਂ 7 ਕਵਿਤਾ ਤੇ ਟੋਟਲ ਕਾਵਕ ਉਹਦਾ ਮੁਲਾਂਕਣ ਦਿੰਦੇ ਹੁੰਦੇ ਸੀ। ਉਹ ਬੜਾ ਵਧੀਆ ਪਰਚਾ ਚੱਲਿਆ, ਉਹਦੇ ਮੈਟਰ ਦੀ ਵੀ ਕੋਈ ਕਮੀ ਕਿਸੇ ਤਰ੍ਹਾਂ ਦੀ ਨਹੀਂ ਸੀ। ਇੱਕ ਤੇ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਸਾਰੀ ਉਹ ਬਟਾਲੇ ਦੇ ਵਿੱਚ ਕੋਈ ਇੰਨੀ ਵਧੀਆ ਪ੍ਰੈਸ ਵੀ ਨਹੀਂ ਸੀ ਕਿ ਉਹਨੂੰ ਸਾਰਾ ਕੰਮ ਲਿਖਣ ਤੋਂ ਲੈ ਕੇ, ਪ੍ਰੂਫ ਰੀਡਿੰਗ ਤੋਂ ਲੈ ਕੇ, ਪੋਸਟ ਕਰਨ ਤੋਂ ਲੈ ਕੇ ਸਾਰਾ ਮਤਲਬ ਮੈਨੂੰ ਇਕੱਲੇ ਨੂੰ ਕਰਨਾ ਪੈਂਦਾ ਸੀ, ਤੇ ਉਹ ਹੌਲੀ ਹੌਲੀ ਬੜੀ ਮੁਸ਼ਕਿਲ ਹੋ ਜਾਂਦੀ ਸੀ। ਫਿਰ ਉਹ ਚਿੱਠੀਆਂ ਦੇ ਜਵਾਬ ਆਉਣੇ, ਮੈਟਰ ਆਇਆ, ਉਹਨੂੰ
ਕਹਿਣਾ ਵੀ ਅਸੀਂ ਨਹੀਂ ਛਾਪ ਸਕਦੇ ਜਾਂ ਛਾਪ ਸਕਦੇ, ਉਹ ਜਿਹੜਾ ਇਹ ਕੰਮ ਸੀ ਨਾ, ਇਹ ਬੜਾ ਔਖਾ ਜਿਹਾ ਲੱਗਣ ਲੱਗ ਪਿਆ ਥੋੜੀ ਦੇਰ ਬਾਅਦ। ਤੇ ਉਹ 12-13 ਇਸ਼ੂ ਅਸੀਂ 3 ਸਾਲ ਉਹ ਮਤਲਬ ਇੱਦਾਂ ਚਲਾਇਆ, 2-3 ਸਾਲ। ਫਿਰ ਉਹ ਮੈਂ ਇਸ ਕਰਕੇ, ਕਿਉਂਕਿ ਇੱਕ ਨੁੱਕਰ ਜਿਹੇ 'ਚ ਸਾਡਾ ਸ਼ਹਿਰ ਲੱਗਾ, ਉੱਥੋਂ ਪਰਚਾ ਚਲਾਉਣਾ ਕੋਈ ਸਾਧਨ ਨਹੀਂ ਸੀ ਹੁੰਦੇ ਇਹ ਜਿਹੜੇ, ਇਸ ਕਰਕੇ ਨਹੀਂ ਡਾਕਟਰ ਸਾਹਿਬ ਵਿਕਲਪ ਬੰਦ ਹੋਣ ਤੋਂ ਬਾਅਦ ਫਿਰ ਅਜੋਕੇ ਸਿਲਾਲੇਖ ਹੁਣ ਨਿਕਲ ਰਿਹਾ ਹੈ ਨਾ, ਬੜਾ ਖੂਬਸੂਰਤ ਮੈਗਜ਼ੀਨਾਂ ਤੁਸੀਂ ਕੱਢ ਰਹੇ ਆ। ਤੇ ਪਹਿਲਾਂ ਤੁਹਾਨੂੰ ਔਖਾ ਲੱਗਦਾ ਸੀ, ਹੁਣ ਵੀ ਵਿਕਲਪ ਕੱਢ ਰਹੇ ਆ ਆਪਣਾ ਮੈਗਜ਼ੀਨ ਅਜੋਕੇ ਸਿਲਾਲੇਖ ਕੱਢ ਰਹੇ ਆ, ਉਹ ਕਿਹੜੀ ਗੱਲ ਆ? 2 ਸਵਾਲ ਨੇ ਮਤਲਬ ਵੀ ਬਾਰ-ਬਾਰ ਤੁਸੀਂ ਮੈਗਜ਼ੀਨ ਕੱਢ ਰਹੇ ਆ, ਕੋਈ ਮਤਲਬ ਵੀ ਜ਼ਿਆਦਾ ਮਸ਼ਹੂਰ ਹੋਣ ਦੀ ਇੱਛਾ ਵਾ ਵੀ ਮੈਂ ਸੰਪਾਦਕ ਵੀ ਆ, ਤੇ ਜਾਂ ਫਿਰ ਸੰਪਾਦਕ ਨੂੰ ਕਿਹੋ ਜਿਹਾ ਹੋਣਾ ਚਾਹੀਦਾ? ਹਾਂ, ਬਸ ਮੈਂ ਇਹ ਸਮਝਦਾ ਕਿ ਸਿਰਫ ਕਵਿਤਾ ਹੀ ਲਿਖ ਲੈਣੀ ਜਾਂ ਕੁਝ ਆਪਣੀ ਗੱਲ ਉੱਦਾਂ ਹੀ ਕਰ ਲੈਣੀ, ਉਹ ਹੀ ਆਖਰੀ ਗੱਲ ਨਹੀਂ। ਜਿਹੜਾ ਮੈਗਜ਼ੀਨ ਕੱਢਣਾ ਵਾ, ਜਿਹੜੀ ਮੈਂ ਛਪੇ ਹੋਏ ਅੱਖਰਾਂ ਨੂੰ ਬਹੁਤ ਪਵਿੱਤਰ ਦਰਜਾ ਦਿੰਦਾ, ਉਹ ਲੋਕਾਂ ਤੱਕ ਜਦੋਂ ਪਹੁੰਚਦਾ, ਉਹਨੂੰ ਸਾਹਮਣੇ ਤੁਸੀਂ ਆਪਣੀ ਵਿਚਾਰਧਾਰਾ ਸੰਪਾਦਕੀ 'ਚ ਜਮਾ ਜਿਹੜਾ ਤੁਸੀਂ ਮੈਟਰ ਸਿਲੈਕਟ ਕਰਦੇ ਹੋ, ਉਹ ਤੁਹਾਨੂੰ ਰਿਫਲੈਕਟ ਕਰਦੀ ਆ ਕਿ ਤੁਸੀਂ ਕਿੱਦਾਂ ਦੀ ਸੋਚ ਰੱਖਦੇ ਹੋ। ਤੁਸੀਂ ਉਸ ਤਰ੍ਹਾਂ ਦੀਆਂ ਹੀ ਕਵਿਤਾਵਾਂ ਨੂੰ ਸਿਲੈਕਟ ਕਰੋਗੇ, ਉਸੇ ਤਰ੍ਹਾਂ ਦੀਆਂ ਕਹਾਣੀਆਂ ਨੂੰ, ਆਰਟੀਕਲਸ ਨੂੰ, ਜਿੱਦਾਂ ਤੁਸੀਂ ਸੋਚਦੇ ਹੋ, ਤੇ ਉਹਨੂੰ ਤੁਸੀਂ ਖੁਦ ਮਤਲਬ ਅੱਖਰ ਨੂੰ ਕਰ ਰਹੇ ਹੋ ਅੱਜ-ਕੱਲ੍ਹ ਤੇ ਬਹੁਤ ਖੂਬਸੂਰਤੀ ਨਾਲ ਕਰ ਰਹੇ ਹੋ। ਮੈਨੂੰ ਬੜਾ ਮਾਣ ਹੁੰਦਾ ਤੁਹਾਡੇ ਤੇ ਜਦੋਂ ਤੁਹਾਡਾ ਪਰਚਾ ਦੇਖੀਦਾ। ਤੇ ਉਹ ਅਸੀਂ ਮੇਰੇ ਖਿਆਲ 'ਚ ਸੰਪਾਦਕੀ ਜਿਹੜਾ ਪਰਚਾ ਬਾਰ-ਬਾਰ ਕੱਢਣ ਦੀ ਕੋਸ਼ਿਸ਼ ਕਰਨੀ, ਉਹ ਇਹੋ ਹੀ ਉਹਦਾ ਕਾਰਨ ਆ ਕਿ ਉਹ ਅਸੀਂ ਇੰਜ ਲੱਗਦਾ ਕਿ ਗੱਲ ਕੁਝ ਕਹਿਣੀ ਆ ਮਨ 'ਚ ਕੁਝ। ਹਾਂ ਡਾਕਟਰ ਸਾਹਿਬ, ਉਹੀ ਗੱਲ ਆ। ਮੈਂ ਮਤਲਬ ਇਹ ਮੇਰਾ ਕੋਈ ਸਵਾਲ ਨਹੀਂ ਆ, ਤੁਹਾਡੇ ਨਾਲ ਗੱਲ ਤੁਰੀ ਆ ਜਦੋਂ ਦਾ ਪਰਮਿੰਦਰ ਜੀ ਦੇ ਜਾਣ ਤੋਂ ਬਾਅਦ। ਮੇਰੇ ਖਿਆਲ 7ਵੇਂ ਸਾਲ 'ਚ ਵੀ ਅੱਖਰ ਵੀ ਪ੍ਰਵੇਸ਼ ਕਰ ਗਿਆ, ਤੇ ਅਜੋਕੇ ਸਿਲਾਲੇਖ ਤਾਂ ਇਹਦੇ ਤੋਂ ਵੀ ਪਹਿਲਾਂ ਦਾ ਨਿਕਲ ਰਿਹਾ। ਉਹ ਹੁਣ ਜਦੋਂ ਮੇਰੀ ਬਣਦੀ ਤੇ ਨਹੀਂ ਇਹ ਗੱਲ ਕਰਨ, ਪਰ ਉਹ ਸੰਪਾਦਕੀ ਦੀ ਗੱਲ ਕਰਦੇ ਜਦੋਂ, ਠੀਕ ਆ ਮੈਂ ਕਵਿਤਾ ਵੀ ਲਿਖ ਰਿਹਾ, ਪੇਪਰ ਵੀ ਕੱਢ ਰਿਹਾ, ਜਦੋਂ ਬੰਦਾ ਕੋਈ ਵੀ ਮਤਲਬ ਸੰਪਾਦਕ ਬਣ ਜਾਂਦਾ ਉਹਦੀਆਂ, ਫਿਰ ਮੈਂ ਸਮਝਦਾ ਵੀ ਉਹਦੀਆਂ ਜ਼ਿੰਮੇਵਾਰੀਆਂ ਜੋ ਤੁਹਾਡੇ ਆਲੇ ਦੁਆਲੇ ਸਾਹਿਤ ਦੇ ਵਿੱਚ ਵਾਪਰ ਰਿਹਾ, ਤੇ ਤੁਹਾਡੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਬਣ ਜਾਂਦੀ ਉਸ ਗੱਲ ਨੂੰ ਮੈਂਸ਼ਨ ਕਰਨਾ ਕਿ ਕੀ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਕਿੱਦਾਂ ਸਾਹਿਤ ਦਾ ਜਿਹੜਾ ਮਾਫੀਆ ਇੱਕ ਗਰੁੱਪ ਬਣਿਆ, ਤੇ ਤੁਸੀਂ ਉੱਥੇ ਹੀ ਆਪਾਂ ਗੱਲ ਕਰ ਦਿੰਦੇ ਆ। ਤੇ ਜਿਹੜਾ ਸਾਹਿਤ ਦਾ ਮਾਫੀਆ ਬਣਿਆ ਪਿਆ ਅੱਜ ਕੱਲ, ਬਣਿਆ ਵੀ ਪਿਆ, ਗਰੁੱਪ ਬਣੇ ਪਏ ਨੇ, ਇਹਦੇ ਬਾਰੇ ਤੁਹਾਡਾ, ਕਿਉਂਕਿ ਤੁਸੀਂ ਨਾ ਤਾਂ ਤੁਸੀਂ ਫੇਸਬੁੱਕ ਤੇ ਆਉਂਦੇ ਆ, ਨਾ ਸੋਸ਼ਲ ਮੀਡੀਆ ਤੇ ਆਪਣੀ ਕਵਿਤਾ ਨੂੰ ਲੈ ਕੇ ਜਾਂਦੇ ਆ, ਕਵਿਤਾ ਨਾ ਹੀ ਤੁਹਾਨੂੰ ਕਿਤੇ ਤੁਸੀਂ ਵੀ ਛਪਣ ਦੀ ਤੁਹਾਡੀ ਇੱਛਾ ਰਹਿ ਗਈ ਆ ਵੀ ਮੇਰੀ ਉੱਥੇ ਛਪੇ, ਹਨਾ। ਮੈਂ ਇਹ ਗੱਲ ਕਰਦਾ, ਮੈਂ ਵੀ ਇੱਕ ਅੱਧੀ ਵਾਰ ਮੰਗ ਕੇ ਤੁਹਾਡੇ ਕੋਲ ਤਰਲੇ ਤੁਰਲੇ ਕੱਢ ਕੇ ਚੀਜ਼ਾਂ ਲਈਆਂ, ਇੱਕ ਵਾਰ ਅੰਕ ਕੱਢਿਆ ਸੀ ਕਵਿਤਾ ਦੀ। ਮੈਂ ਇਹ ਗੱਲ ਜਿਹੜੀ ਗੱਲ ਕਰਨੀ ਚਾਹੁੰਦਾ ਵਾਂ ਵੀ ਇਹ ਜਿਹੜੇ ਆਪਣੇ ਗਰੁੱਪ ਬਾਜ਼ੀ ਚੱਲ ਰਹੀ ਆ ਮਤਲਬ ਸਾਹਿਤ ਦੇ ਵਿੱਚ, ਵੱਖ-ਵੱਖ ਧਰਿਆਂ 'ਚ ਲੋਕ ਵੰਡੇ ਪਏ ਨੇ, ਇਹ ਬੜਾ ਦੁੱਖ ਵੀ ਦਿੰਦੇ ਆ। ਮਤਲਬ ਉਹਦੇ ਨਾਲ ਗੱਲ ਕਰ ਲਓ, ਉਹਦਾ ਨਾਂ ਸੁਣ ਕੇ ਕੁਛ ਨਹੀਂ ਹੈਗਾ, ਉਹ ਮਹਿੰਦਰ ਦੀ ਗੱਲ ਕਰ ਲਓ, ਜੋਗਿੰਦਰ ਨੂੰ ਪ੍ਰੋਬਲਮ ਆ, ਇਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹਨੂੰ ਕਿੰਨੀ ਜਲਦੀ ਖਤਮ ਕਰ ਦੇਣਾ ਚਾਹੀਦਾ ਸਾਰਾ? ਵਿਸ਼ਾਲ, ਜਿਹੜੀ ਤੁਸੀਂ ਸਾਹਿਤ ਦੇ ਵਿੱਚ ਗਰੁੱਪਿਜ਼ਮ ਵਗੈਰਾ ਦੀ ਗੱਲ ਕੀਤੀ, ਮੈਂ ਇਹਨੂੰ ਬੜੇ ਆਪਣੇ ਜਿਹੜੇ ਸੰਪਾਦਕੀ ਉਹਨਾਂ ਵਿੱਚ ਹੀ ਲਿਖਿਆ ਕਿ ਸਾਹਿਤ ਦੇ ਵਿੱਚ ਵੀ ਜਿਹੜੀ ਸਿਆਸਤ ਆ, ਇਹ ਸਾਹਿਤ ਦੇ ਵਿੱਚ ਸਿਆਸਤ ਵਾਲੀ ਹੀ ਗੱਲ ਆ। ਇਹ ਵੈਸੇ ਸ਼ੁਰੂ ਤੋਂ ਹੀ ਇੱਦਾਂ ਧੜੇਬੰਦੀ ਜੀ ਹੁੰਦੀ ਰਹੀ ਆ, ਪਹਿਲੋਂ ਤੋਂ ਲੈ ਕੇ। ਕਈ ਵਾਰ ਤੇ ਉਹ ਪਹਿਲੀ ਧੜੇਬੰਦੀ ਤੇ ਵਿਚਾਰਾਂ ਦੇ ਕਰਕੇ ਵੀ ਹੁੰਦੀ ਰਹੀ ਹੈ ਕਿ ਜਿੱਦਾਂ ਖੱਬੇ ਪੱਖੀ ਸੋਚ ਵਾਲੇ ਤੇ ਆਪਣੇ ਜ਼ਾਤੀ ਤੌਰ ਤੇ ਲਿਖਣ ਵਾਲੇ, ਜਾਂ ਜਿੱਦਾਂ ਇੱਕ ਬੜੀ ਵੱਡੀ ਉਹ ਚੱਲੀ ਕਿ ਕਲਾ ਲਈ ਆ, ਜਾਂ ਕਲਾ ਮਨੁੱਖ ਲਈ ਆ, ਜਾਂ ਕਲਾ ਲਈ ਆ, ਸਿਰਫ ਕਲਾ ਸਮਾਜ ਲਈ ਆ। ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਗਰੁੱਪ ਦਾ ਚੱਲਦੇ ਸੀ, ਪਰ ਉਹ ਇੱਕ ਸ਼ਾਇਦ ਵਧੀਆ ਗੱਲ ਸੀਗੀ। ਹੁਣ ਜਿਹੜਾ ਅੱਜ ਕੱਲ੍ਹ ਜਿਹੜੀ ਸਾਹਿਤ 'ਚ ਸਿਆਸਤ ਆ, ਇਹਦੇ ਵਿੱਚ ਤਾਂ ਕਿੰਨੇ ਹੀ ਇਹਦੇ ਐਸਪੈਕਟ ਹੋ ਗਏ ਆ। ਇੱਕ ਤੇ ਧੜੇਬਾਜ਼ੀ, ਇੱਕ ਦੂਜੇ ਨੂੰ ਪ੍ਰਮੋਟ ਕਰਨ ਲਈ ਕਿ ਮੰਨ ਲਓ ਉਹਨੂੰ
एक पर्शियन का शेर है ना कि मैं तुझे मुल्ला बगोएम तू मुझे हाजी बगो, भी मैं तेनू वड्याउना तू मैनू वड्याई जा। वो एक ग्रुपिज्म जिहा इदां बन गया ते दूसरी धिर नूं करना ਉਹਦੇ ਨਾਲ ਦੀ ਨਾਲ ਸਾਰੇ ਸੁਭਾਵਾਂ ਦਾ ਇਹਦੇ ਵਿੱਚ ਇੱਕ ਬੜਾ ਨੈਗੇਟਿਵ ਜਿਹਾ ਰੋਲ ਆਇਆ। ਉਹ ਵੀ ਇੱਕ ਗਰੁੱਪਿਜ਼ਮ ਨੂੰ ਕਰਕੇ ਤੇ ਆਪਣਾ ਪੋਲੀਟੀਕਲ ਪ੍ਰੈਸ਼ਰ ਬਣਾ ਕੇ ਆਪਣੇ ਕੰਮ ਕਢਾਉਣ ਵਾਲੇ ਪਾਸੇ ਵੀ ਲੋਕੀ ਤੁਰੇ। ਇਹਦੇ ਨਾਲ ਦੀ ਨਾਲ ਜਿਹੜੀ ਇਨਾਮਾਂ ਸਨਮਾਨਾਂ ਦੀ ਜਿਹੜੀ ਇੱਕ ਪ੍ਰਵਿਰਤੀ, ਜਿਹੜਾ ਇੱਕ ਹਰ ਬੰਦਾ ਜਿਹੜਾ ਵਾ ਕੋਈ ਨਿਗਾਹ ਜਿਹਾ ਥੋੜ੍ਹੇ ਜਿਹੇ ਪੈਸੇ ਕਰਕੇ ਤੇ ਇਨਾਮ ਜਿਹਾ ਰੱਖ ਲੈਂਦਾ। ਉਹਦੇ ਲਈ ਉਹ ਇੱਕ ਕਮੇਟੀ ਬਣਾ ਲੈਂਦੇ ਆ ਤੇ ਉਹ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਇਨਾਮ ਦੇਈ ਜਾਂਦੇ। ਉਹਦੇ ਵਿੱਚ ਹੁਣ ਅੱਜ ਜਿਹੜੀ ਕਿਸੇ ਜ਼ਮਾਨੇ 'ਚ ਕਈ ਇਨਾਮ ਜਿਹੜੇ ਬੜੇ ਹੀ ਸਤਿਕਾਰਯੋਗ ਤੇ ਬੜੇ ਵਧੀਆ ਮੰਨੇ ਜਾਂਦੇ ਸੀ, ਉਹਦੇ ਵਿੱਚ ਸਾਰਾ ਹੀ ਰਾਜਸੀਕਰਨ ਹੋ ਗਿਆ ਤੇ ਲੋਕ ਪੈਸੇ ਦੇ ਕੇ ਜਿੰਨੇ ਦੀ ਇਨਾਮ ਦੀ ਰਾਸ਼ੀ ਆ ਉਹ ਤੋਂ 5-5 ਗੁਣਾ ਵੱਧ ਖਰਚਾ ਕਰਕੇ ਇਨਾਮ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦੇ, ਧੜੇ ਬਣਾ ਕੇ ਗਰੁੱਪ ਬਣਾ ਕੇ ਉਹ ਇਦਾਂ ਕਰਦੇ। ਇਹ ਜਿਹੜੀ ਚੀਜ਼ ਆ ਨਾ, ਮੈਨੂੰ ਨਹੀਂ ਲੱਗਦਾ ਕਿ ਇਹ ਇੰਨੀ ਸੌਖੀ ਖਤਮ ਹੋਏ। ਬਾਕੀ ਇਹ ਕਿ ਜਿਹੜਾ ਜੈਨੂਨ ਜਿਹੜਾ ਲੇਖਕ ਆ ਉਹਨੂੰ ਆਪਣੇ ਰਾਹ ਤੇ ਤੁਰਦੇ ਰਹਿਣਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਬਿਲਕੁਲ ਵੱਖ ਹੋ ਕੇ ਇਹ ਸੋਚਣਾ ਚਾਹੀਦਾ ਕਿ ਜੇ ਆਪਾਂ ਸ਼ਬਦਾਂ ਦੇ ਵਿੱਚ ਵੀ ਵਪਾਰ ਹੀ ਕਰਨਾ ਤੇ ਫਿਰ ਇੱਧਰਲੇ ਪਾਸੇ ਨੂੰ ਤੁਰਨ ਦੀ ਕੀ ਲੋੜ। ਅਸੀਂ ਸਾਰੇ ਆਪੋ ਆਪਣੇ ਥਾਂ ਕੰਮ ਕਰਨ ਦੇ ਤੇ ਜੇ ਇਹਦੇ ਵਿੱਚੋਂ ਵੀ ਕੁਝ ਅੱਗੋਂ ਸਵਾਰਥ ਹੀ ਸਿੱਧੇ ਕਰਨੇ ਆ ਤੇ ਉਹ ਕੋਈ ਬਹੁਤ ਹੀ ਵਧੀਆ ਗੱਲ। ਡਾਕਟਰ ਸਾਹਿਬ ਤੁਸੀਂ ਦੇਖੋ ਮਤਲਬ ਸਾਡੇ ਪੰਜਾਬ ਤੇ ਬੜੀ ਕਾਲੀ ਹਨੇਰੀ ਚੁੱਲੀ ਬਹੁਤ ਸਾਰੀਆਂ ਆਪਾਂ ਜ਼ਿਕਰ ਨਹੀਂ ਕਰਦੇ ਤੇ ਉੱਥੇ ਗੱਲ ਫਿਰ ਸਮਾਜ ਦੀ ਆ ਜਾਂਦੀ ਆ। 1984 ਆਇਆ, ਬੜਾ ਕੁਝ ਸਾਡੇ ਨਾਲ ਵਾਪਰਿਆ, ਮਾਵਾਂ ਦੇ ਪੁੱਤ ਮਰੇ, ਪੁੱਤਾਂ ਦੀਆਂ ਮਾਵਾਂ ਮਰੀਆਂ, ਸਰਹੱਦਾਂ ਤੇ ਫੌਜੀ ਬਣੇ ਤੇ ਉੱਥੇ ਮਤਲਬ ਆਪਾਂ ਵਿੱਚ ਹੀ ਇਹ ਗੱਲ ਕਰ ਰਹੇ ਸੀ ਪਹਿਲਾਂ ਸਵਾਲ ਦੀ ਕਿ ਜਿਹੜੀ ਸੰਪਾਦਕ ਆ ਹੈਨਾ, ਉਹਨੂੰ ਕਿਹੋ ਜਿਹਾ ਹੋਣਾ ਚਾਹੀਦਾ ਸੰਪਾਦਕ? ਸੰਪਾਦਕ ਨੂੰ ਪਹਿਲਾਂ ਤੇ ਇੱਕ ਤਾਂ ਉਹਦੀ ਜਿਹੜੀ ਜੜ ਆ ਨਾ ਉਸ ਗੱਲ ਦੀ, ਉਹ ਜੜ ਮਤਲਬ ਪਾਠਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਆ ਕਿ ਅਸਲੀ ਦੁਸ਼ਮਣ ਕੌਣ ਆ, ਅਸਲੀ ਸਾਜ਼ਿਸ਼ੀ ਕੌਣ ਆ, ਇਹ ਕਿੱਥੋਂ ਗੱਲ ਤੁਰ ਰਹੀ ਆ ਤੇ ਉਹਨਾਂ ਦਾ ਨਿਸ਼ਾਨਾ ਕੀ ਆ। ਤੇ ਸੁਚੇਤ ਆਪਾਂ ਨੂੰ ਇਹ ਕਰਨਾ ਚਾਹੀਦਾ, ਸਾਹਿਤਕਾਰਾਂ ਨੂੰ ਵੀ ਲਿਖਣ ਵਾਲਿਆਂ ਨੂੰ ਵੀ, ਕਿ ਆਪਣੀ ਕਲਮ ਜਿਹੜੀ ਆ ਉਹ ਬਿਲਕੁਲ ਉਲਾਰ ਨਾ ਹੋਣ ਦਿਓ। ਸੱਚ ਨੂੰ ਸੱਚ ਲਿਖੋ, ਜ਼ਖਮ ਨੂੰ ਜ਼ਖਮ ਲਿਖੋ, ਸਿਤਮ ਨੂੰ ਸਿਤਮ ਲਿਖੋ। ਉਹ ਆਪਣੇ ਸ਼ਬਦਾਂ ਦੇ ਜਾਦੂਗਰੀ ਦੇ ਨਾਲ ਇਹੋ ਜਿਹਾ ਨਾ ਕੁਝ ਕਰ ਦਈਏ ਆਪਾਂ ਗਲਤੀ ਕਿ ਜਿਹਦੇ ਨਾਲ ਸਾਰੀ ਹਵਾ ਹੀ ਮਤਲਬ ਉਲਟ ਹੋ ਜਾਏ ਤੇ ਨੁਕਸਾਨ ਹੋ ਜਾਏ ਮਨੁੱਖ ਦਾ। ਇੱਕ ਤਾਂ ਇਹ, ਦੂਸਰਾ ਇਹ ਹੈ ਕਿ ਸਾਨੂੰ ਜਿਹੜੀ ਉਹ ਸਹੀ ਦੁਸ਼ਮਣ ਦੀ ਪਛਾਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਆਪੋ ਆਪਣੇ ਢੰਗ ਨਾਲ ਉਹ ਸਾਹਮਣੇ ਲਿਆਉਣਾ ਚਾਹੀਦਾ ਚਿਹਰੇ ਕਿ ਆਹ ਬੰਦਿਆਂ ਤੋਂ ਤੁਸੀਂ ਆਹ ਜਿਹੜੀ ਸੋਚ ਆ ਨਾ, ਇਸ ਕਾਲੀ ਸੋਚ ਤੋਂ ਬਚ ਕੇ ਰਹੋ। ਆਪਾਂ ਦੇਖਿਆ ਕਿ ਉਸ ਖੂਨੀ ਹਨੇਰੀ ਦੇ ਵਿੱਚ ਕਿੰਨੇ ਬੰਦੇ ਜਿਹੜੇ ਆ ਸਿਰਫ ਚਿਹਰੇ ਦੇ ਚਿੰਨ੍ਹਾਂ ਦੇ ਕਰਕੇ ਹੀ ਉਹਨਾਂ ਨੂੰ ਜਿਹੜਾ ਖਤਮ ਕਰ ਦਿੱਤੇ ਗਏ। ਜਦੋਂ ਕਿ ਕੋਈ ਵੀ ਕਿਸੇ ਕਿਸਮ ਦਾ ਬੰਦੇ ਦਾ, ਕਿਸੇ ਵੀ ਫਿਰਕੇ ਦਾ, ਕਿਸੇ ਸਿੱਖ ਦਾ, ਕਿਸੇ ਹਿੰਦੂ ਨਾਲ, ਕਿਸੇ ਮੁਸਲਮਾਨ ਨਾਲ, ਅੱਜ ਵੀ ਪਾਕਿਸਤਾਨ ਦਾ, ਪੱਛਮੀ ਪਾਕਿਸਤਾਨ 'ਚ ਅਸੀਂ ਜਿਹੜੇ ਸਾਡੇ ਕਿੰਨੇ ਪਿਆਰ ਵਾਲੇ ਰਿਸ਼ਤੇ ਆ ਉਹ ਪੰਜਾਬੀ ਨੇ, ਪੰਜਾਬੀ ਦੇ ਹੀ ਗੱਲ ਕਰਦੇ ਆ। ਪਰ ਤੁਸੀਂ ਰੋਜ਼ ਪੜ੍ਹਦੇ ਹੋ ਅਖਬਾਰਾਂ 'ਚ ਕਿ ਕੋਈ ਨਾ ਕੋਈ ਲੀਡਰ ਉੱਠ ਕੇ ਕਹਿ ਦਿੰਦਾ ਕਿ ਉਹ ਪਾਕਿਸਤਾਨ ਨੇ ਇੱਦਾਂ ਕਰ ਦੇਣਾ, ਇਹਨੇ ਇੱਦਾਂ ਕਰ ਦੇਣਾ। ਤੋ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਜਿਹੜਾ ਵਾ ਨਾ ਉਹ ਪਾਠਕ ਦੇ ਸਾਹਮਣੇ ਇਹ ਜ਼ਰੂਰ ਸਾਹਿਤਕਾਰ ਆਪਣੇ ਢੰਗ ਨਾਲ ਕਹੇ, ਗੱਲ ਕਰੇ ਕਿ ਮਾਂ ਜਿਹੜੀ ਆ ਉਹਦਾ ਮਾਂ ਹੀ ਹੁੰਦੀ ਆ, ਉਹਦਾ ਕੋਈ ਧਰਮ ਨਹੀਂ ਹੁੰਦਾ ਤੇ ਮਾਂ ਦੇ ਕੁੱਖ ਚੋਂ ਨਿਕਲੇ ਹੀ ਅਸੀਂ ਸਾਰੇ ਜਿਹੜੇ ਆ ਉਹ ਇੱਕ ਭਰਾ ਵਾਲਾ ਹੀ ਸਾਰਿਆਂ ਦਾ ਰਿਸ਼ਤਾ ਹੁੰਦਾ। ਇਹ ਡਾਕਟਰ ਸਾਹਿਬ ਜਿਹੜੀ ਇੱਕ ਬੜਾ ਰੁਝਾਨ ਚੱਲਿਆ ਹੋਇਆ ਅੱਜ ਕੱਲ੍ਹ, ਬਹੁਤ ਸਾਰਾ ਸਾਹਮਣੇ ਆ ਰਿਹਾ, ਮੈਂ ਵੀ ਆਪਣੀ ਜ਼ਿਕਰ ਕਰਦਾ ਸੰਪਾਦਕੀ 'ਚ ਦੋਸਤਾਂ ਨਾਲ ਗੱਲਾਂ ਵੀ ਕਰਦੇ ਤੇ ਆਪਾਂ ਚੈਨਲ ਤੇ ਵੀ ਇਹ ਗੱਲ ਕਰ ਹੀ ਲਈਏ ਤਾਂ ਕਿ ਲੋਕੀ ਇਹਦੇ ਪ੍ਰਤੀ ਸੁਚੇਤ ਹੋਣ, ਸਮਝਣ, ਸਾਡਾ ਇਸ਼ਾਰਾ ਸਮਝਣ ਤੇ ਜਿਨ੍ਹਾਂ ਲਈ ਅਸੀਂ ਗੱਲ ਕਰਨੀ ਆ, ਜਿਨ੍ਹਾਂ ਨੂੰ ਗੱਲ ਕਹਿਣੀ ਆ ਤੇ ਉਹ ਵੀ ਸਮਝਣ। ਵੀ ਹੁਣ ਆਲੋਚਨਾ ਦੀ ਆਪਾਂ ਗੱਲ ਕਰ ਲੈਂਦੇ ਹਾਂ। ਹੁਣ ਬਹੁਤ ਸਾਰੀ ਉੱਥੇ ਵੀ ਗਰੁੱਪ ਬਣੇ ਹੋਏ ਨੇ, ਯੂਨੀਵਰਸਿਟੀਆਂ ਦੇ ਵਿੱਚ ਗਰੁੱਪ ਬਣੇ ਆ, ਕਾਲਜਾਂ 'ਚ ਗਰੁੱਪ ਬਣੇ ਆ ਤੇ ਜੇ ਮੇਰੀ ਜੀ ਹਜ਼ੂਰੀ ਹੈਗੀ ਆ ਤੇ ਤੁਹਾਡੀ ਮੇਰੀ ਕਿਤਾਬ ਤੇ ਮੇਰੀ ਕਵਿਤਾ ਤੇ ਗੱਲ ਹੋ ਜੂਗੀ, ਠੀਕ ਹੈ ਨਾ।
ਤੇ ਜੇ ਨਹੀਂ ਹੈਗੀ ਤੇ ਤੁਹਾਡਾ ਕੋਈ ਨੋਟਿਸ ਨਹੀਂ ਲੈਂਦਾ ਹੈਗਾ। ਹੁਣ ਇੱਥੇ ਚੰਗੀ ਕਵਿਤਾ ਕਿੱਥੇ ਖੜੀ ਆ ਤੇ ਉਹਦੇ ਤੋਂ ਹੇਠਲੇ ਪੱਧਰ ਦੀ ਜਿਹੜੀ ਕਵਿਤਾ, ਜਿਹੜਾ ਸਾਹਿਤ ਲਿਖਿਆ, ਇੱਕ ਸਾਹਿਤ ਤੇ ਇੱਕ ਪਪੂਲਰ ਸਾਹਿਤ ਪੱਧਰ। ਅਰਸ਼ਬਿੰਦੂ ਨੇ ਇੱਕ ਵਾਰੀ ਬੜੀ ਵੱਡੀ ਗੱਲ ਕਹੀ ਕਿ ਦੋਨਾਂ ਗੱਲਾਂ 'ਚ ਬਹੁਤ ਵੱਡਾ ਫਰਕ ਆ। ਬਿਲਕੁਲ ਪਪੂਲਰ ਸਾਹਿਤ ਤੇ ਤੁਹਾਡੀ ਗੱਲ ਹੋ ਰਹੀ ਆ ਤੇ ਸਾਹਿਤ ਤੇ ਨਹੀਂ ਗੱਲ ਹੋਣੀ ਚਾਹੀਦੀ, ਹੋ ਹੀ ਨਹੀਂ ਰਹੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ, ਜਿਹੜਾ ਆਲੋਚਨਾ ਬਾਰੇ? ਮੈਂ ਸਮਝਦਾ ਕਿ ਜਿਹੜੇ ਜਾਂ ਪਹਿਲੇ ਤੇ ਕਵਿਤਾ ਆਲੋਚਨਾ ਦੇ- ਦਾ ਆਪਣਾ ਹੀ ਸੰਕਟ ਆ। ਹਾਂ, ਹਾਂ। ਪਹਿਲਾਂ ਤੇ ਆਲੋਚਕ ਦਾ ਆਪਣਾ ਹੀ ਸੰਕਟ ਆ, ਉਹ ਆਪ ਹੀ ਉਸ ਪੱਧਰ ਦੀ ਸੋਚ ਵੀ ਨਹੀਂ ਉਹਦਾ ਹੁੰਦੀ ਤੇ ਉਹ ਵੀ ਲਕੀਰ ਦੇ ਫਕੀਰ ਵਾਂਗੂ ਆਪ ਹੀ ਉਹ ਉਸ ਲੈਵਲ ਤੇ ਕਿਸੇ ਢੰਗ ਨਾਲ ਹੀ ਪਹੁੰਚਿਆ ਹੁੰਦਾ। ਉਹ ਫਿਰ ਮੁੜ ਕੇ ਉਹ ਆਪਣੇ ਆਕਾਵਾਂ ਨੂੰ ਤੇ ਆਪਣੇ ਚੇਲਿਆਂ ਨੂੰ ਖੁਸ਼ ਕਰਨ ਲਈ ਦੋਵਾਂ ਤਰ੍ਹਾਂ ਨੂੰ, ਆਪਣੇ ਆਕਾ ਜਿਹੜੇ ਉਹਨਾਂ ਨੂੰ ਵੀ ਤੇ ਦੂਜਿਆਂ ਨੂੰ ਵੀ, ਉਹ ਆਪਣੇ ਜ਼ਾਤੀ ਮਫਾਦਾਂ ਦੇ ਕਰਕੇ ਇੱਕ ਬੰਦੇ ਨੂੰ ਜਾਂ ਇੱਕ ਵਿਸ਼ੇਸ਼ ਵਰਗ ਨੂੰ ਜਿਹੜਾ ਵਾ ਉਹ ਚੁੱਕੀ ਜਾਂਦੇ ਨੇ, ਉਹਨੂੰ ਖਾਨਾ ਵੰਡ ਕਰਕੇ ਉਹਦੇ ਵਿੱਚ ਰੱਖੀ ਜਾਂਦੇ। ਜਿਹੜਾ ਬੰਦਾ ਉਹਨਾਂ ਦੇ ਦਰਬਾਰ 'ਚ ਨਹੀਂ ਜਾਂਦਾ, ਨਤਮਸਤਕ ਨਹੀਂ ਹੁੰਦਾ, ਜਾਂ ਉਹਨਾਂ ਦੀ ਵਡਿਆਈ ਨਹੀਂ ਕਰਦਾ, ਜਾਂ ਉਹਨਾਂ ਨੂੰ ਕਿਸੇ ਹੋਰ ਢੰਗ ਨਾਲ ਵਿੰਗੇ ਟੇਢੇ ਢੰਗ ਨਾਲ ਖੁਸ਼ ਨਹੀਂ ਕਰਦਾ, ਉਹਨੂੰ ਇਗਨੋਰ ਕਰਦੇ। ਪਰ ਮੈਂ ਸਮਝਦਾ ਕਿ ਉਹ ਕਿਸੇ ਦੇ ਇਗਨੋਰ ਕਰਨ ਜਾਂ ਐਕਸੈਪਟ ਕਰਨ ਨਾਲ ਜਿਹੜਾ ਜੈਨੂਨ ਸਾਹਿਤ ਆ ਉਹ ਕਦੀ ਮਰਦਾ ਨਹੀਂ। ਉਹਨੇ ਆਉਣਾ ਹੀ ਆਉਣਾ। ਇਹ ਠੀਕ ਹੈ ਕਿ ਉਹਦੀ ਹਰਮਨ ਪਿਆਰਤਾ ਗਿਣਤੀ ਦੇ ਵਿੱਚ ਭਾਵੇਂ ਲੱਗੇ ਕਿ ਘਟੀ ਆ, ਕਿ ਇੰਨੇ ਬੰਦਿਆਂ ਨੂੰ ਜਿੱਥੇ ਤੱਕ ਉਹ ਨਹੀਂ ਪਹੁੰਚਿਆ, ਜਾਂ ਉਹਦਾ ਕੋਈ ਫਰਕ ਨਹੀਂ ਪੈਂਦਾ। ਤੁਸੀਂ ਮੈਨੂੰ ਇੱਕ ਵੀ ਬੰਦੇ ਦਾ ਦੱਸ ਦਿਓ ਜਿਹਨੂੰ ਆਲੋਚਕਾਂ ਨੇ ਬਣਾਇਆ ਹੋਵੇ, ਇੱਕ ਜੈਨੂਨ ਸਾਹਿਤਕਾਰ ਕਿਸੇ ਆਲੋਚਕ ਨੇ ਬਣਾਇਆ ਹੋਵੇ। ਆਲੋਚਕ ਜੇ ਇੰਨਾ ਕਰ ਸਕਦੇ ਹੁੰਦੇ ਤਾਂ ਉਹ ਆਪ ਹੀ ਕਿਉਂ ਨਹੀਂ ਲਿਖ ਲੈਂਦੇ? ਨਹੀਂ ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਆਲੋਚਕ ਤੇ ਬਣਾਇਆ ਕੋਈ ਕਵੀ ਨਹੀਂ ਬਣ ਜਾਣਾ, ਕੋਈ ਲੇਖਕ ਨਹੀਂ ਬਣ ਜਾਣਾ, ਪਰ ਇਹ ਰੁਝਾਨ ਤੇ ਮਾੜਾ ਨਾ, ਬਹੁਤ ਮਾੜਾ। ਔਰ ਮਤਲਬ ਕਿਤੇ ਨਾ ਕਿਤੇ ਫॉर ਦੀ ਟਾਈਮ ਬੀਇੰਗ, ਮਤਲਬ ਜਿਹੜਾ ਕਿਰਤ ਕਰ ਰਿਹਾ, ਮਤਲਬ ਸਿਰਜਕ ਆ, ਉਹ ਕਿਤੇ ਨਾ ਕਿਤੇ ਬੰਦਾ ਮਨੁੱਖਿਆ ਨਿਰਾਸ਼ ਤਾਂ ਹੁੰਦਾ ਹੀ ਆ। ਨਿਰਾਸ਼ ਹੁੰਦਾ, ਕਿਉਂ ਨਹੀਂ ਹੁੰਦਾ? ਬਿਲਕੁਲ ਬਿਲਕੁਲ ਹੁੰਦਾ। ਮੈਂ ਤੇ ਇੱਥੋਂ ਤੱਕ ਕਹਿਣਾ ਹਾਂ ਕਿ ਜਿਹੜੇ ਬੰਦਿਆਂ ਨੂੰ, ਜਿਹੜੇ ਸਟੂਡੈਂਟਸ ਨੂੰ ਅੱਜ ਦੇ ਜਿਹੜੇ ਸਥਾਪਤੀ ਦੇ ਬੈਠੇ ਹੋਏ ਆਲੋਚਕ ਨੇ ਜਾਂ ਟੀਚਰ ਨੇ, ਉਹ ਜਿਸ ਤਰ੍ਹਾਂ ਉਹਨਾਂ ਨੂੰ ਡਾਕਟਰੇਟ ਦੀਆਂ ਡਿਗਰੀਆਂ ਮਿਲਦੀਆਂ ਤੇ ਜਿਸ ਤਰ੍ਹਾਂ ਕਿਹੜੇ ਕਿਹੜੇ ਰਾਹਾਂ ਥਾਣੀ ਉਹਨਾਂ ਨੂੰ ਲੰਘਣਾ ਨਹੀਂ ਪੈਂਦਾ ਤੇ ਕਿਹੜੇ ਕਿਹੜੇ ਘਰਾਂ 'ਚ ਵੇਲੇ ਕਿ ਵੇਲੇ ਜਾਣਾ ਨਹੀਂ ਪੈਂਦਾ, ਤੇ ਜੋ ਤੁਹਾਡੇ ਕੋਲ ਉਹ ਉਹਨਾਂ ਦੇ ਸਾਹਮਣੇ ਨਹੀਂ ਰੱਖਣਾ ਪੈਂਦਾ, ਫਿਰ ਜਾ ਕੇ ਉਹ ਤੁਹਾਨੂੰ ਉਹ ਜਿਹੜੀ ਆ ਉਹ ਡਿਗਰੀ ਮਿਲਦੀ। ਤਾਂ ਡਿਗਰੀ ਦਾ ਕੀ ਮਿਆਰ ਹੋਏਗਾ? ਉਹ ਅੱਗੇ ਸਟੂਡੈਂਟਸ ਨੂੰ ਕੀ ਪੜ੍ਹਾ ਸਕੇਗਾ ਤੇ ਕਿੱਦਾਂ ਸਹੀ ਸਾਹਿਤ ਬਾਰੇ ਉਹ ਚੋਣ ਕਰ ਸਕੇਗਾ? ਇਹ ਡਾਕਟਰ ਸਾਹਿਬ, ਤੁਸੀਂ ਮੇਰੇ ਖਿਆਲ 10 ਤੋਂ ਵੱਧ ਕਿਤਾਬਾਂ ਹੋਣਗੀਆਂ ਤੁਹਾਡੀਆਂ? ਹਾਂ ਜੀ, ਮੇਰੀਆਂ 11 ਕਿਤਾਬਾਂ ਤੁਹਾਡੀਆਂ। ਮੇਰੇ ਪੋਇਟਰੀ ਦੇ ਬਾਰੇ 3 ਵਿਦਵਾਨਾਂ ਨੇ ਸੰਪਾਦਨਾ ਦੀਆਂ ਕਿਤਾਬਾਂ ਲਿਖੀਆਂ। ਡਾਕਟਰ ਕੈਰੋਂ ਨੇ, ਡਾਕਟਰ ਰਜੀਤ ਸਿੰਘ ਰੰਗੀਲੇ ਨੇ ਬਹੁਤ ਸੋਹਣੇ, ਉਹਨਾਂ ਨੇ ਕਦੀ ਹੋਰ ਕਿਸੇ ਕਿਤਾਬ ਤੇ ਨਹੀਂ ਲਿਖਿਆ। ਉਹਨਾਂ ਆਪਣੇ ਢੰਗ ਨਾਲ ਪੂਰੀ ਉਹ ਵਿਆਕਰਨ ਨੂੰ ਹੀ ਆਪਣੇ ਢੰਗ ਨਾਲ ਯੂਜ਼ ਕਰਕੇ ਤੇ ਮੇਰੀ ਉਹ ਕਾਵ ਵੈਦਿਆ ਨਾਂ ਦੀ ਇੱਕ ਪੁਸਤਕ। ਤੁਹਾਡੀ ਇੱਕ ਕਿਤਾਬ ਹੈਗੀ ਬੰਸਰੀ ਉਦਾਸ ਹੈ, ਉਹਦਾ ਬੰਸਰੀ ਕਿਆ ਕਹੇ, ਉਹਦਾ ਹਿੰਦੀ ਚ ਵੀ ਅਨੁਵਾਦ ਹੋਇਆ। ਤੁਹਾਡੀ ਬੰਸਰੀ ਕਿਆ ਗੀਤ ਗਾਏ, ਹਾਂ, ਤੁਹਾਡੀ ਉਹ ਸਿਲੈਕਟਡ ਪੋਇਟਰੀ ਇੰਗਲਿਸ਼ ਵਿੱਚ ਵੀ ਟ੍ਰਾਂਸਲੇਟ ਹੋਈ ਆ। ਫੁੱਟਲੂਜ਼ ਫ੍ਰੈਗਰੈਂਸ। ਹਾਂ ਡਾਕਟਰ ਸਾਹਿਬ, ਇੱਕ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਵਾਂ ਕਿ ਜਿਹੜੀ ਤੁਸੀਂ ਆਪਣੇ ਤੁਹਾਡੇ 10-11 ਆਪਣਾ ਕਾਵ ਸੰਗ੍ਰਹਿ ਨੇ, ਹਨਾ, ਇੱਕ ਤੁਸੀਂ ਨਾਟਕ ਵੀ ਲਿਖਿਆ, ਲਗਾਤਾਰ ਤੁਸੀਂ ਸੰਪਾਦਨਾ ਕਰ ਰਹੇ ਆ ਮੈਗਜ਼ੀਨ ਦੀ, ਉਹਦੇ 'ਚ ਕਵਿਤਾ ਕਹਾਣੀ ਹੁੰਦੀ ਆ। ਫਿਰ ਮੇਰਾ ਸਵਾਲ ਇਹ ਹੈ ਕਿ ਜਿਹੜੀ ਆਪਣਾ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਤੇ ਵਿਸ਼ਵ ਦੇ ਮੁਕਾਬਲੇ 'ਚ ਸਾਡੀ ਪੰਜਾਬੀ ਕਵਿਤਾ ਜਿਹੜੀ ਆ ਉਹ ਕਿੱਥੇ ਖੜੀ ਹੋਈ ਆ? ਇਹ ਬਹੁਤ ਵਧੀਆ ਸਵਾਲ ਹੈ ਜੀ। ਮੈਂ ਆਪਣੇ ਤੌਰ ਤੇ ਤਾਂ ਇਹ ਮਹਿਸੂਸ ਕਰਦਾ ਕਿ ਪੰਜਾਬੀ ਜਿਹੜੀ ਆ ਉਹ ਵਿਸ਼ਵ ਪੱਧਰ ਦੀ ਕਵਿਤਾ ਦੇ ਨਾਲ ਬਰ ਮੇਚਣ ਦੇ ਸਮਰੱਥ ਹੈਗੀ ਆ। ਜਿਹੜੀ ਘਾਟ ਹੈਗੀ ਆ ਉਹ ਇੱਕ ਤੇ ਸਹੀ ਜਿਹੜੇ ਅਨੁਵਾਦ ਜਿਹੜਾ ਨਾ ਉਹ ਨਹੀਂ ਲੋਕਾਂ ਤੱਕ ਪਹੁੰਚ ਰਿਹਾ, ਤੇ ਅਨੁਵਾਦਕਾਂ ਨੂੰ ਕੋਈ ਸਰਕਾਰੀ ਸਰਪ੍ਰਸਤੀ ਵੀ ਨਹੀਂ ਹੈ ਕਿ ਉਹਨੂੰ ਸਰਕਾਰੀ ਤੌਰ ਤੇ ਇਸ ਚੀਜ਼ ਨੂੰ ਪ੍ਰੋਤਸਾਹਨ ਕੀਤਾ ਜਾਏ, ਇਨਕਰੇਜ ਕੀਤਾ ਜਾਏ ਕਿ ਤੁਸੀਂ ਇਹ ਕਵਿਤਾਵਾਂ ਨੂੰ, ਪੋਇਟਰੀ ਨੂੰ ਅਨੁਵਾਦ ਕਰਕੇ ਲੋਕਾਂ ਤੱਕ ਪਹੁੰਚਾਓ। ਮੈਂ ਇਹਦੀ ਉਦਾਹਰਣ ਦੇਣੀ ਚਾਹਾਂਗਾ ਕੰਪੇਅਰ ਕਰਕੇ ਬੰਗਲਾ ਨਾਲ। ਬੰਗਾਲ ਦੀ ਜਿਹੜੀ ਭਾਸ਼ਾ ਬੰਗਲਾ ਵਾ, ਉਹ ਵੀ ਸਾਡੇ ਤੋਂ ਬਹੁਤ ਵੱਡੀ ਆਬਾਦੀ ਨਹੀਂ ਉਹਨੂੰ
ਕਰਦੇ। ਪਰ ਅਸੀਂ ਕਿਉਂਕਿ ਬਾਰਡਰ ਸਟੇਟ ਤੇ ਉਹ ਜਿਹੜੀ ਉਹ ਵੀ ਕਿਹਾ ਜਾਂਦਾ ਵੀ ਸਾਡਾ ਕਲਚਰ ਨਹੀਂ ਆ, ਸਾਡਾ ਕਲਚਰ ਹੀ ਆ। ਅਸੀਂ ਹਮੇਸ਼ਾ ਬਾਰਡਰ ਤੇ ਰਹਿੰਦੇ ਆ, ਜੰਗਜੂ ਤਰੀਕੇ ਨਾਲ ਹੀ ਰਹਿੰਦੇ ਰਹੇ ਤੇ ਇੱਥੇ ਜਿਹੜਾ ਵਿਕਾਸ ਨਹੀਂ ਹੋ ਸਕਿਆ ਜਿਹੜਾ ਸਾਹਿਤ ਦਾ ਜਾਂ ਸੂਖਮ ਕਲਾਵਾਂ ਦਾ। ਤੇ ਉਧਰ ਬੰਗਾਲ ਦੇ ਵਿੱਚ ਦੇਖੋ ਤੁਸੀਂ ਹੁਣ ਉੱਥੇ ਹਰ ਘਰ ਦੇ ਵਿੱਚ ਉਹ ਤੋਹਫੇ ਦੇ ਤੌਰ ਤੇ ਬੱਚੇ ਨੂੰ ਜਨਮ ਦਿਨ ਦੇ ਉੱਤੇ ਜਾਂ ਕੁੜੀਆਂ ਨੂੰ ਦਾਜ ਦੇ ਵੇਲੇ ਉਹਨਾਂ ਨੂੰ ਕਿਤਾਬਾਂ ਦਾ ਸੈੱਟ ਦਿੰਦੇ ਆ, ਜਾਂ ਉੱਥੇ ਸੰਗੀਤ ਜਿਹੜਾ ਵਾ ਉਹ ਇੱਕ ਜ਼ਰੂਰੀ ਆ, ਉਹਦੇ ਬਗੈਰ ਕੁੜੀ ਦਾ ਵਿਆਹ ਨਹੀਂ ਹੁੰਦਾ। ਡਾਂਸ ਤੋਂ ਬਗੈਰ ਜਿੰਦ ਕੋਈ ਕੁੜੀ ਨੂੰ ਡਾਂਸ ਨਹੀਂ ਆਉਂਦਾ ਉਹਦਾ ਵਿਆਹ ਹੋਣਾ ਮੁਸ਼ਕਲ ਹੋ ਜਾਂਦਾ। ਤੇ ਸਾਡੇ ਵਿੱਚ ਇਹ ਜਿਹੜੀ ਚੀਜ਼ ਆ ਉਹ ਬੜੀ ਨੈਗੇਟਿਵ ਲਈ ਜਾਂਦੀ ਆ। ਹੁਣ ਜੇ WB ਯੀਟਸ ਟੈਗੋਰ ਦੀ ਗੀਤਾਂਜਲੀ ਦਾ ਅਨੁਵਾਦ ਨਾ ਕਰਦਾ ਤੇ ਨੋਬਲ ਪ੍ਰਾਈਜ਼ ਉਹਨੂੰ ਕਿੱਥੋਂ ਮਿਲ ਜਾਣਾ ਸੀ। ਸੋ ਸਹੀ ਅਨੁਵਾਦਕ ਜਿਹੜੇ ਆ ਉਹ ਵੀ ਨਹੀਂ ਹੈਗੇ, ਅਨੁਵਾਦ ਦੀ ਇੰਪੋਰਟੈਂਸ ਹੀ ਨਹੀਂ ਸਮਝੀ ਜਾਂਦੀ, ਔਰ ਨਾ ਹੀ ਕੋਈ ਉਹਨੂੰ ਕੋਈ ਅਦਾਰਾ ਪ੍ਰਮੋਟ ਕਰਦਾ। ਇਸ ਤਰ੍ਹਾਂ ਸਾਡੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਇੱਧਰ ਉੱਧਰ ਹੀ ਰੁਲ ਜਾਂਦੀਆਂ ਨੇ। ਤੇ ਅਸੀਂ ਟੈਕਨੀਕਲੀ ਵੀ ਇੰਨਾ ਹਾਲੇ ਤੱਕ ਨਹੀਂ ਕਰ ਸਕੇ, ਸਿੱਖ ਸਕੇ ਕਿ ਅਸੀਂ ਮੀਡੀਆ, ਸੋਸ਼ਲ ਮੀਡੀਆ ਤੇ ਹੁਣ ਜ਼ਰੂਰ ਉਹਦਾ ਹੋਇਆ ਹੋਏਗਾ, ਪਰ ਹੁਣ ਵੀ ਉਹ ਜਿਹੜੀ ਇੱਕ ਸਸਤੀ ਜੀ ਸ਼ੋਹਰਤ ਦੇ ਕਰਕੇ ਅਸੀਂ ਫਟਾਫਟ ਜੋ ਲਿਖਦੇ ਹਾਂ ਉਹਨੂੰ ਉਹਦੇ ਉੱਤੇ ਪਾ ਦਿੰਦੇ ਫੇਸਬੁੱਕ ਜਾਂ ਹੋਰ, ਔਰ ਉਹਨੂੰ ਪੜ੍ਹਨ ਤੋਂ ਬਗੈਰ ਹੀ ਲੋਕੀ ਲਾਈਕ ਕਮੈਂਟ ਫਟਾਫਟ ਉਹਦੀ ਗਿਣਤੀ ਦੇ ਚੱਕਰ 'ਚ ਪਏ ਨੇ ਕਿ ਮੇਰੀ ਕਵਿਤਾ ਨੂੰ 500 ਬੰਦੇ ਨੇ ਲਾਈਕ ਕੀਤਾ, ਜਦੋਂ ਕੋ ਹੁੰਦੇ ਉਹਨਾਂ ਨੇ ਬਿਨਾਂ ਪੜ੍ਹਨ ਤੋਂ ਹੀ ਮਤਲਬ ਟਿਕ 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 ਹੋਈ ਜਾ ਰਿਹਾ। ਤੇ ਉਹਦੇ ਕਰਕੇ ਵੀ ਸਾਰਾ ਜਿਹੜਾ ਨਾ ਸਾਡੀ ਉਹ ਜਿਵੇਂ ਮੈਂ ਸਮਝਦਾ ਕਿ ਜਿਹੜੀ ਕਵਿਤਾ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਸਾਡੀ ਜੀ। ਇਹ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਤੇ ਬੜੀ ਵੱਡੀ ਚਿੰਤਾ ਵੀ ਕੀਤੀ ਹੈ ਵੀ ਇਹ ਸਾਡੂ ਸਰਕਾਰੀ ਤੌਰ ਤੇ ਸਰਪ੍ਰਸਤੀ ਇਹਦਾ ਕੋਈ ਅਨੁਵਾਦ ਦੇ ਖੇਤਰ ਦਾ ਕੰਮ ਜਿਹੜਾ ਉਹ ਅਨੁਵਾਦ ਦਾ ਕੰਮ ਜਿਹੜਾ ਇੱਕ ਵੱਡਾ ਕੰਮ ਹੋਣਾ ਚਾਹੀਦਾ। ਉਹ ਹਰ ਭਾਸ਼ਾ ਵਿੱਚ ਜਾਵੇ, ਫਿਰ ਉਹ ਦੂਜੀਆਂ ਭਾਸ਼ਾਵਾਂ 'ਚ ਜਾਣ ਤੇ ਇਹਦੇ ਲਈ ਮਤਲਬ ਚਿੰਤਾ ਕਰਨ ਦੀ ਲੋੜ ਆ। ਮੇਰਾ ਵੀ ਇਹ ਵਿਚਾਰ ਆ ਤੁਹਾਡੇ ਨਾਲ ਸਹਿਮਤ ਕਿ ਸਾਡੀ ਜਿਹੜੀ ਸਰਕਾਰ ਆ, ਪੰਜਾਬ ਗੌਰਮੈਂਟ ਆ ਜਾਂ ਸਾਡੀ ਕੇਂਦਰ ਸਰਕਾਰ ਆ, ਭਾਸ਼ਾ ਵਿਭਾਗ ਹੈਗਾ, ਭਾਸ਼ਾ ਵਿਭਾਗ ਦਾ ਹੈ ਹੀ ਕੱਖ ਨਹੀਂ ਇਹਦੇ 'ਚ। ਮਤਲਬ ਉਹਨਾਂ ਦੇ ਉਹ ਜਿਹੜਾ ਲੋਕਾਂ ਨੂੰ ਇਲ ਬੇਬੇ ਨਹੀਂ ਆਉਂਦੀ ਉਹ ਭਾਸ਼ਾ ਅਫਸਰ ਲਾਏ ਹੋਏ ਆ, ਠੀਕ ਹੈ ਨਾ। ਮੈਂ ਨਹੀਂ ਚਾਹੁੰਦਾ ਕਿ ਮੇਰੀ ਕੋਈ ਗੱਲ ਦਾ ਗੁੱਸਾ ਕਰੇ, ਪਰ ਉਹਨਾਂ ਜਿੰਨਾ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੂੰ ਇਹਦੇ ਬਾਰੇ ਜਿਹੜੀ ਸਾਡਾ ਅਸੀਂ ਗੱਲਬਾਤ ਕਰ ਰਹੇ ਹਾਂ ਉਹਦੇ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ। ਹੁਣ ਡਾਕਟਰ ਸਾਹਿਬ ਇੱਕ ਮੇਰਾ ਸਵਾਲ ਹੋਰ ਆ, ਡਾਕਟਰ ਰਵਿੰਦਰ ਜਿਹੜਾ ਵਾ ਉਹ ਆਪਣੀ ਕਵਿਤਾ ਨੂੰ ਕਿੱਥੇ ਰੱਖ ਕੇ ਵੇਖਦਾ? ਮੈਂ ਸਿਰਫ ਇਹ ਦੇਖਦਾ ਕਿ ਜਦੋਂ ਤੁਸੀਂ ਖੁਦ ਮੁਤਮਈਨ ਹੋ, ਮੈਂ ਆਪਣੀ ਹਰ ਕਵਿਤਾ ਨੂੰ ਲਿਖ ਕੇ ਕਾਫੀ ਦੇਰ ਤੱਕ ਉਹਨੂੰ ਮੁੜ ਕੇ ਹੱਥ ਨਹੀਂ ਲਾਉਂਦਾ। ਤੇ ਉਹ ਇੱਕ ਜਿੱਦਾਂ ਸਰਜਨ ਦੀ ਇੱਕ ਪੈਨੀ, ਉਹ ਇੱਕ ਸਰਜਨ ਦਾ ਨਸ਼ਰ ਆ, ਉਸ ਢੰਗ ਨਾਲ ਮੈਂ ਉਹਨੂੰ ਵੇਖਦਾ। ਫਿਰ ਇੱਕ ਓਬਜੈਕਟਿਵਲੀ ਇੱਕ ਪਾਠਕ ਦੇ ਤੌਰ ਤੇ ਉਹਨੂੰ ਦੇਖਦਾ, ਤੇ ਜੇ ਮੈਂ ਮੁਤਮਈਨ ਹੋਵਾਂ, ਸੈਟੀਸਫਾਈਡ ਹੋਵਾਂ ਤੇ ਮੈਂ ਉਹਨੂੰ ਰੱਖਣਾ। ਬਾਕੀ ਮੈਂ ਇਹ ਤਾਂ ਨਹੀਂ ਦਾਅਵਾ ਕਰ ਸਕਦਾ, ਕਹਿ ਸਕਦਾ ਕਿ ਮੇਰੀ ਕਵਿਤਾ, ਕਿਉਂਕਿ ਦੁਨੀਆ ਇੱਥੋਂ ਤੱਕ ਵੀ ਗਾਲਿਬ ਨੇ ਵੀ ਕਿਹਾ ਸੀਗਾ कि तुम ही रेखते के उस्ताद नहीं हो गालिब, कहते हैं किसी अगले ज़माने में कोई मीर भी था। सो एक तो एक वध के काम हो रहा, बहुत हो रहा। मैं इन्ना जरूर कहना चाहांगा कि मैं अपने कीते काम तो मैं सैटिस्फाइड हाँ, तो मैं जिन्ना चेर तक मैं सैटिस्फाइड ना हुआ मैं उन्होंने मैं समझना कि जो छपे अखरां नूं मार्केट 'ਚ चले गए फिर वो तुहाडा डॉक्टर साहब एक मेरा होर सवाल आ ਵੀ ਤੁਹਾਡੀ ਜਿੱਦਾਂ ਤੁਸੀਂ ਬੱਚਿਆਂ ਦਾ ਡਾਕਟਰ ਆ, ਉੱਥੇ ਤੁਹਾਡਾ ਆਪਣਾ ਹਸਪੀਟਲ ਆ, ਬੜੀ ਬਿਜ਼ੀ ਲਾਈਫ ਆ। ਮਤਲਬ ਅੱਜ ਜੇ ਮੈਂ ਅਰੇਂਜ ਕੀਤਾ ਤੁਹਾਨੂੰ ਇੱਥੇ ਲੈ ਕੇ ਆਉਂਦਾ, ਮੈਨੂੰ ਪਤਾ ਕਿੱਦਾਂ ਕੀਤਾ, ਕਿਹੜਾ ਟਾਈਮ ਚੁਣਿਆ। ਤੇ ਫਿਰ ਜਿਹੜਾ ਡਾਕਟਰੀ ਤੋਂ ਚੋਂ ਨਿਕਲ ਕੇ, ਚੀਰ ਫਾੜ ਚੋਂ ਨਿਕਲ ਕੇ ਤੇ ਇੰਨੇ ਸੂਖਮ ਕਵਿਤਾ ਦੇ ਨਾਲ ਸੰਵਾਦ ਕਰਨਾ, ਗੁਫ਼ਤਗੂ ਕਰਨੀ, ਇਹ ਕਿੱਦਾਂ ਸੰਭਵ ਹੋ ਪਾਉਂਦਾ ਸਾਰਾ ਕੁਝ? ਕਿਉਂਕਿ ਇਹ ਬਿਲਕੁਲ ਉਲਟ ਨੇ। ਮਤਲਬ ਇਹ ਤੁਹਾਡਾ ਬੜਾ ਇਹ ਇੱਕ ਬੜਾ ਵੱਡਾ ਡਾਇਲੇਮਾ। ਤੇ ਮੈਂ ਕਹਿੰਦਾ ਕਿ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਅਣਲਿਖੀਆਂ ਰਹਿ ਜਾਂਦੀਆਂ। ਕਿ ਇਸ ਤਰ੍ਹਾਂ ਵਾ ਕਿ ਮੈਂ ਬੱਚਿਆਂ ਦਾ ਡਾਕਟਰ ਹਾਂ ਤੇ ਉਸ ਇਲਾਕੇ 'ਚ ਸਾਰੇ ਬੱਚੇ ਮੇਰੇ ਕੋਲ ਬਹੁਤ ਆਉਂਦੇ ਆ, ਤੇ ਪਰ ਉਹ ਇੰਨੇ ਕੁ ਮਾਸੂਮ ਬੱਚੇ ਮਾਵਾਂ ਗੋਦੀਆਂ 'ਚ ਲੈ ਕੇ ਆਉਂਦੀਆਂ ਤੇ ਮੈਂ ਤਾਂ ਉਹਨਾਂ ਨੂੰ ਨਿੱਕੇ ਨਿੱਕੇ ਰੱਬ ਕਹਿੰਦਾ। ਅੱਛਾ, ਹੁਣ ਹੁੰਦਾ ਕੀ ਆ ਕਿ
ਕਵਿਤਾ ਦੇ ਆਉਣ ਦਾ ਵੀ ਕੋਈ ਮੌਸਮ ਨਹੀਂ, ਕੋਈ ਸਮਾਂ ਨਹੀਂ। ਅਸੀਂ ਉਹੀ 35 ਅੱਖਰ ਸਾਰੇ ਹਵਾ 'ਚ ਹੀ ਹੁੰਦੇ ਆ। ਹਰ ਵੇਲੇ ਕੋਈ ਬੰਦਾ ਕਵੀ ਨਹੀਂ ਹੁੰਦਾ। ਕਈ ਵਾਰੀ ਇੱਕੋ ਦਿਨ ਤੁਸੀਂ 2-3 ਕਵਿਤਾ ਲਿਖਦੇ, ਕਈ ਵਾਰੀ 6-6 ਮਹੀਨੇ ਇੱਕ ਵੀ ਕਵਿਤਾ ਨਹੀਂ ਲਿਖੀ ਜਾਂਦੀ। ਉਹ ਤੁਸੀਂ ਖੁਦ ਬਹੁਤ ਅੱਛੇ ਕਵੀ ਹੋ, ਤੁਹਾਨੂੰ ਪਤਾ। ਪਰ ਉਹ ਇੱਕ ਮੌਕਾ ਇਸ ਤਰ੍ਹਾਂ ਹੁੰਦਾ ਕਿ ਇੱਕ ਵੇਲੇ ਸਾਹਮਣੇ ਇੱਕ ਬੱਚਾ ਜਿਵੇਂ ਆਇਆ ਹੈਗਾ, ਬਹੁਤ ਗੰਭੀਰ ਆ, ਬੜਾ ਉਹਨੂੰ ਮੇਰੀ ਲੋੜ ਆ ਅਟੈਂਸ਼ਨ ਦੀ। ਦੂਸਰੇ ਪਾਸੇ ਉਸੇ ਵੇਲੇ ਮੈਂ ਕੁਝ ਪੈਨ ਡਾਊਨ, ਮੈਂ ਕੁਝ ਲਿਖ ਰਿਹਾ, ਮੇਰੇ ਦਿਮਾਗ 'ਚ ਚੱਲ ਰਿਹਾ ਵੀ ਆ ਕਵਿਤਾ ਇਦਾਂ ਬਣਦੀ ਹੈ। ਉਸੇ ਫਿਰ ਮੈਨੂੰ ਇਸ ਪ੍ਰੋਸੈਸ ਚੋਂ ਲੰਘਦੇ ਕੋਈ ਕਵਿਤਾ ਆਪ ਸਾਡੇ ਦਰਸ਼ਕਾਂ ਪਾਠਕਾਂ ਨਾਲ ਤੁਸੀਂ ਸਾਂਝੀ ਮੈਂ ਕਰੋ। ਕਰਾਂਗਾ। ਉਹ ਮੈਂ ਉਸ ਵੇਲੇ ਨਾ ਬੰਦਾ ਬੜਾ ਡਾਈਕੋਟਮੀ 'ਚ ਹੁੰਦਾ ਕਿ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ, ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ। ਮੈਂ ਪਿੱਛੇ ਜੇ ਇੱਕ ਕਵਿਤਾ ਲਿਖੀ ਸੀ ਚੀਰੀ ਹੋਈ ਕਲਮ ਤੋਂ, ਚੀਰੀ ਹੋਈ ਕਲਮ ਤੋਂ, ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਉਹ ਲਗਭਗ ਆਪਣੇ ਆਪ ਹੀ ਤੁਹਾਡੇ ਗੱਲ ਦਾ ਜਵਾਬ ਹੋਏਗਾ ਉਹਦੇ 'ਚ। ਕਈ ਬੰਦੇ ਨੇ ਇਸ ਬੰਦੇ ਦੇ ਅੰਦਰ, ਕਈ ਬੰਦੇ ਨੇ ਇਸ ਬੰਦੇ ਦੇ ਅੰਦਰ ਕਈ ਪਰਤਾਂ 'ਚ ਵੰਡਿਆ, ਕਈ ਹਿੱਸਿਆਂ 'ਚ ਖਿੰਡਿਆ ਸ਼ਖਸ ਹਾਂ ਮੈਂ। ਮੇਰੀ ਇੱਕ ਕਲਮ ਲਿਖਦੀ ਹੈ ਸਵੇਰ ਤੋਂ ਸ਼ਾਮ ਤੱਕ, ਬਿਮਾਰ ਜ਼ਿੰਦਗੀ ਲਈ ਨੁਸਖੇ, ਕਿਸੇ ਲਈ ਸ਼ਫਾ ਬਣਦੀ ਹੈ, ਕਿਸੇ ਲਈ ਮੌਤ ਦਾ ਪੈਗਾਮ। ਇਹ ਕਹਿੰਦੀ ਹੈ ਜੇ ਤੂੰ ਸੱਚਮੁੱਚ ਦਾ ਸਾਹ ਲੈਂਦਾ ਧੜਕਦਾ, ਇੱਕ ਵੀ ਜੀਵਨ ਬਚਾਉਂਦਾ ਹੈ। ਇਹ ਚੰਗਾ ਹੈ ਕਈ ਸ਼ੇਰਾਂ ਕਿਤਾਬਾਂ ਤੋਂ, ਕੀ ਜਾਣੇ ਇਹੋ ਇੱਕ ਜੀਵਨ ਤੇਰੇ ਤੋਂ ਵੀ ਚੰਗੇਰੇ ਗੀਤ ਸਿਰਜੇ। ਮੇਰੀ ਦੂਜੀ ਕਲਮ ਲਿਖਦੀ ਮੇਰੇ ਆਪਣੇ ਹੀ ਅੰਦਰ ਦੀ ਕਥਾ, ਜਿਹਦੇ ਵਿੱਚ ਬੜਾ ਕੁਝ ਆਲਾ ਦੁਆਲਾ ਰਲਿਆ ਹੁੰਦਾ ਹੈ। ਇਹ ਕਹਿੰਦੀ ਹੈ ਤੂੰ ਸ਼ਾਇਰ ਏ, ਤੂੰ ਸ਼ਾਇਰ ਏ, ਤੂੰ ਛੱਡ ਬਾਕੀ ਖਲਾਰੇ, ਮੈਂ ਤੇਰੇ ਹੁਕਮ ਵਿੱਚ ਲਿਖਾਂਗੀ ਦਰਦ ਦੀ ਵਿਥਿਆ। ਮੈਂ ਤੇਰੇ ਕਹਿਣ ਤੇ ਜੀਵਨ ਦਾ ਸੋਝ ਕੋਝ ਨੰਗਾ ਕਰਾਂਗੀ, ਤੂੰ ਯੁੱਗ ਪਲਟਣ ਲਈ ਮੈਨੂੰ ਵਰਤ, ਤੂੰ ਯੁੱਗ ਪਲਟਣ ਲਈ ਮੈਨੂੰ ਵਰਤ। ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ, ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ। ਜੀਣ ਲਈ ਜੀਣ ਜੋਗੀ ਜ਼ਿੰਦਗੀ ਦਾ ਸੁਪਨਾ ਸਿਰਜ, ਤੇਰੇ ਤੋਂ ਆਸ ਕਰਦੀ ਹਾਂ ਵਡੇਰੀ, ਇਹ ਮੇਰਾ ਕਰਜ਼ ਵਾਪਸ ਕਰ। ਮੈਂ ਚੀਰਿਆ ਗਿਆ ਹਾਂ ਆਪਣੇ ਹੀ ਵੱਖ-ਵੱਖ ਹਿੱਸਿਆਂ ਵਿੱਚ, ਕਦੀ ਪਹਿਲਾ ਕਦੀ ਦੂਜਾ ਮੇਰੇ ਲਈ ਫੈਸਲਾ ਲੈਂਦਾ। ਮੈਂ ਵੰਡਿਆ ਹੋਇਆ ਵੀ ਸਾਬਤ ਸਬੂਤਾ ਨਜ਼ਰ ਆਉਂਦਾ, ਮੈਂ ਵੰਡਿਆ ਹੋਇਆ ਵੀ ਸਾਬਤ ਸਬੂਤਾ ਨਜ਼ਰ ਆਉਂਦਾ ਹਾਂ। ਜਿਹੜਾ ਹਿੱਸਾ ਤੁਹਾਡੇ ਮੇਚ ਆਵੇ ਉਹਦਾ ਵਿਸਥਾਰ ਹਾਂ ਮੈਂ ਵੰਡਿਆ ਚੀਰਿਆ ਮਾਨਵ, ਮੰਡੀ ਵਿੱਚ ਆਪਣੇ ਅੰਦਰਲੇ ਵੱਖ-ਵੱਖ ਬੰਦਿਆਂ ਦਾ ਮੁੱਲ ਪਾਉਣ ਆਇਆ ਹਾਂ। ਮੈਂ ਵੰਡਿਆ ਚੀਰਿਆ ਮਾਨਵ, ਆਪਣੇ ਵੱਖ-ਵੱਖ ਬੰਦਿਆਂ ਦਾ ਮੁੱਲ ਪਾਉਣ ਆਇਆ। ਬਹੁਤ ਖੂਬਸੂਰਤ ਡਾਕਟਰ ਸਾਹਿਬ, ਜਿਹੜਾ ਮੇਰਾ ਸਵਾਲ ਸੀ ਉਹਦਾ ਜਵਾਬ ਮਿਲਿਆ। ਡਾਕਟਰ ਸਾਹਿਬ ਤੁਸੀਂ 72-73 ਜ਼ਿੰਦਗੀ ਦੀਆਂ ਬਹਾਰਾਂ ਹੰਢਾ ਚੁੱਕੇ ਜੇ ਲਗਭਗ, ਹੈਨਾ? ਤੇ 75 ਤੇ ਇਹ ਸਫ਼ਰ ਮਤਲਬ ਤੁਹਾਡਾ 20-22 ਸਾਲ ਦੀ ਉਮਰ 'ਚ, 18 ਸਾਲ ਦੀ ਉਮਰ 'ਚ, 15 ਸਾਲ ਦੀ ਉਮਰ 'ਚ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ। ਕੋਈ ਐਸਾ ਪਲ ਖੂਬਸੂਰਤ ਜ਼ਿੰਦਗੀ 'ਚ ਵਾਪਰਿਆ ਹੋਵੇ ਤੇ ਜਿਹੜੇ ਤੁਹਾਨੂੰ ਅੱਜ ਵੀ ਯਾਦ ਕਰਕੇ ਮਤਲਬ ਤੁਸੀਂ ਬੜੇ ਖੁਸ਼ ਹੋ ਜਾਂਦੇ ਹੋ, ਭਰ ਜਾਂਦੇ ਹੋਵੇ ਉਹਦੇ ਉਸ ਪਲ ਨੂੰ ਯਾਦ ਕਰਕੇ, ਐਸੀ ਖੁਸ਼ੀ ਕੋਈ? ਮੇਰੇ ਇੱਦਾਂ ਖੁਸ਼ੀਆਂ ਤਾਂ ਗਿਣਨੀਆਂ ਬੜੀਆਂ ਸ਼ਾਇਦ ਔਖੀਆਂ ਹੋਣ, ਸਵਾਲ ਬਹੁਤ ਇੱਕਦਮ ਆਉਣ ਦੇ ਕਰਕੇ, ਪਰ ਮੈਂ ਲਗਭਗ ਸਾਰੀ ਹੀ ਕੁਝ ਇੱਦਾਂ ਮੈਂ ਪਿਨ ਪੁਆਇੰਟ ਕਰਨਾ ਮੇਰੇ ਲਈ ਸ਼ਾਇਦ ਔਖਾ ਹੋਵੇ। ਤੇ ਪਰ ਇਹ ਜ਼ਰੂਰ ਹੈ ਕਿ ਕੋਈ ਵੀ ਖੁਸ਼ੀ ਕਿਉਂਕਿ ਚਿਰ ਸਥਾਈ ਨਹੀਂ ਹੁੰਦੀ। ਜਿਹੜੀ ਵੀ ਕੋਈ ਖੁਸ਼ੀ ਦਾ ਇੱਦਾਂ ਦਾ ਪਲ ਆਇਆ, ਥੋੜੀ ਦੇਰ ਬਾਅਦ ਮੈਨੂੰ ਲੱਗਾ ਵੀ ਨਹੀਂ, ਗੱਲ ਨਹੀਂ ਬਣੀ, ਕੁਝ ਹੋਰ ਜ਼ਿੰਦਗੀ ਕੁਝ ਹੋਰ ਹੋਣੀ ਸੀ। ਕਿਸੇ ਉਦਾਸੀ ਦਾ ਜ਼ਿਕਰ ਕਰੋਗੇ ਜਿਹਨੂੰ ਜਿਹੜੀ ਅੱਜ ਵੀ ਤੁਹਾਡਾ ਪਿੱਛਾ ਨਹੀਂ ਛੱਡਦੀ? ਉਦਾਸੀਆਂ ਦੇ ਵਿੱਚ ਜਿਹੜੀਆਂ ਪਰਿਵਾਰਕ ਜਿਹੜੀਆਂ ਕੁਝ, ਜਿਵੇਂ ਮੇਰੇ ਨਾਨੀ ਦੀ ਮੌਤ ਆ, ਉਹ ਮੇਰੇ ਮਨ ਤੇ ਬੜਾ ਉਹਦਾ ਅਸਰ ਹੋਇਆ। ਮਾਂ ਦੀ ਮੌਤ ਦਾ ਬੜਾ ਅਸਰ ਹੁੰਦਾ ਲਗਭਗ ਸਾਰਿਆਂ ਤੇ। ਉਹ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਮੈਂ ਜਦੋਂ ਆਪਣੀ ਮਾਂ ਦੇ ਜੀਂਦੇ ਜੀ ਜਿਹੜਾ, ਵੈਸੇ ਤਾਂ ਬਾਅਦ ਚੰਗੇ ਫਰਮਾਨ ਬਰਦਾਰ ਪੁੱਤਰ ਹੀ ਰਹੇ, ਪਰ ਇਦਾਂ ਲੱਗਦਾ ਕਿ ਸ਼ਾਇਦ
ਥੋੜਾ ਵੱਧ ਟਾਈਮ ਉਹਨੂੰ ਦਿੰਦਾ। ਹੁਣ ਨਿੱਕੀ ਨਿੱਕੀ ਗੱਲ ਤੇ ਯਾਦ ਆਉਂਦੀ ਰਹਿੰਦੀ। ਇਹ ਉਦਾਸੀ ਜ਼ਰੂਰ ਨਾਲ ਨਾਲ ਰਹਿੰਦੀ। ਡਾਕਟਰ ਸਾਹਿਬ, ਤੁਹਾਡੀ ਦੋਸਤੀ ਦਾ ਦਾਇਰਾ ਵੀ ਬਹੁਤ ਵੱਡਾ ਸਫ਼ਰ। ਕੋਈ ਦੋਸਤ ਤੁਹਾਡੇ ਨਾਲ ਜ਼ਿੰਦਗੀ 'ਚ ਨਾਰਾਜ਼ ਹੋਇਆ ਹੋਵੇ ਤੇ ਆਪਾਂ ਅੱਜ ਉਹਦੇ ਨਾਲ ਗੱਲ ਕਰਕੇ ਉਹਦੇ ਨਾਲ ਸੁਨੇਹਾ ਵੀ ਦੇ ਦਈਏ। ਨਹੀਂ, ਮੈਂ ਇੱਕ ਗੱਲੋਂ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਜਿਹੜੇ ਬੰਦਿਆਂ ਦਾ ਵੀ ਸੰਪਰਕ ਰਿਹਾ ਨਾ, ਮੈਂ ਕੋਈ ਵੀ ਮੇਰੇ ਤੋਂ ਨਾਰਾਜ਼, ਮੇਰਾ ਸੁਭਾਅ ਇਦਾਂ ਦਾ ਜਾਂ ਆਪਣੇ ਆਪ ਤੇ ਮੈਂ ਚੱਲ ਲੈਂਦਾ ਜਾਂ ਮੈਂ ਪਿੱਛੇ ਹਟ ਜਾਂਦਾ, ਪਰ ਮੈਂ ਆਪਣੇ ਜਾਚੇ ਕੋਈ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਤੇ ਕੋਈ ਹੋਇਆ ਵੀ ਨਹੀਂ ਹੋਏਗਾ, ਕਿਉਂਕਿ ਮੈਂ ਖੁਦ ਹੀ ਉਹ ਮੁੜ ਕੇ ਮਾਫੀ ਮੰਗ ਲੈਂਦਾ ਰਿਹਾ। ਤੇ ਮੈਂ ਸਗੋਂ ਆਪਣੇ ਦੋਸਤਾਂ ਦੇ ਵਿੱਚ ਪੁਲ ਬਣ ਕੇ ਉਹਨਾਂ ਦੇ ਬਹੁਤ ਸਾਰਿਆਂ ਨੂੰ ਨੇੜੇ ਕਰਕੇ ਰੱਖਿਆ। ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਤੇ ਸਾਡੇ ਬੜੇ ਗਰੁੱਪਿਜ਼ਮ ਇਦਾਂ ਹੁੰਦੇ ਸੀ, ਤੇ ਉਦੋਂ ਵੀ ਜਿਹੜੇ ਸਾਰੇ ਦੂਸਰੇ ਗਰੁੱਪ ਦੇ ਜਿਹੜੇ ਮੁੰਡੇ ਆ ਨਾ, ਉਹਨਾਂ ਨੇ ਕਹਿਣਾ ਕਿ ਯਾਰ ਉਹਦੇ ਨਾਲ ਗੱਲ ਕਰੋ, ਉਹ ਥੋੜਾ ਸੈਂਸੀਬਲ ਰੀਜ਼ਨੇਬਲ ਬੰਦਾ ਵਾ, ਉਹ ਆਪੇ ਵਿਰੋਧੀ ਧੜੇ ਨੂੰ ਸਮਝਾ ਲੂਗਾ। ਉਹਨਾਂ ਨੇ ਕਹਿਣਾ ਵੀ ਤੂੰ ਉਹਨਾਂ ਨਾਲ ਗੱਲ ਕਰਕੇ ਆ, ਤੂੰ ਥੋੜੇ ਤਰੀਕੇ ਨਾਲ ਗੱਲ ਕਰ ਲੈ। ਇਸ ਕਰਕੇ ਮੇਰੇ ਬਹੁਤੇ ਨਹੀਂ। ਜੀਣ ਦੀ ਕਿੰਨੀ ਕੁ ਇੱਛਾ? ਜੀਣ ਦੇ ਜੋ ਪ੍ਰਮਾਤਮਾ ਦਾ ਹੁਕਮ ਆ, ਇੱਛਾ ਤੇ ਹਮੇਸ਼ਾ ਰਹਿੰਦੀ ਹੈ। ਖੂਬਸੂਰਤੀ ਨੂੰ ਦੇਖਣ ਦੀ, ਜੀਣ ਦੀ, ਵਧੀਆ ਢੰਗ ਨਾਲ ਬੱਚਿਆਂ ਦੀਆਂ ਖੁਸ਼ੀਆਂ ਵੇਖਣ ਦੀ, ਇਹ ਤੇ ਜਿਜੀਵਸ਼ਾ ਹਮੇਸ਼ਾ ਹੀ ਬੰਦੇ ਦੀ ਰਹਿੰਦੀ ਆ। ਮੈਨੂੰ ਦੋਸਤੋਵਸਕੀ ਦੀ ਗੱਲ ਯਾਦ ਆਉਂਦੀ ਆ ਕਿ ਉਹਦਾ ਸਿਰ ਜਦੋਂ ਗਿਲਟਨ ਦੇ ਥੱਲੇ, ਉਹ ਕਹਿੰਦਾ ਦ ਇਡੀਅਟ ਦੇ ਵਿੱਚ, ਤੇ ਉਹ ਚਾਹੁੰਦਾ ਹੁੰਦਾ ਵੀ ਮੈਂ ਆਖਰੀ ਵਾਰੀ ਜਿਹੜੀ ਇਸ ਰੂਸ ਦੇ ਬਾਜ਼ਾਰ ਦੇ ਵਿੱਚੋਂ ਸੇਂਟ ਪੀਟਰਸਬਰਗ ਲੰਘ ਰਿਹਾ ਤੇ ਅੱਖਾਂ ਨਾਲ ਸਾਰੀ ਭੀੜ ਨੂੰ ਖਾ ਜਾਵਾਂ, ਨਿਕਲ ਜਾਵਾਂ। ਤੇ ਇਸ ਕਰਕੇ ਜੀਣ ਦੀ ਤਾਂ ਬਹੁਤ ਖਾਸ਼ ਹੈਗੀ ਆ, ਪਰ ਉਹ ਜੋ ਪਰਮਾਤਮਾ ਅਕਾਲ ਪੁਰਖ ਦਾ ਹੁਕਮ ਹੋਏਗਾ। ਹੁਣ ਵੀ ਘਰ 'ਚ ਜਦੋਂ ਕੋਈ ਨਵਾਂ ਫੁੱਲ ਖਿੜਦਾ ਤੇ ਉਹਦੇ ਵੱਲ ਵੇਖ ਕੇ ਮੈਂ ਕਿੰਨੀ ਦੇਰ ਦੇਖਦਾ ਰਹਿੰਦਾ। ਪਿੱਛੇ ਜੇ ਸਾਡੇ ਘਰ ਹੁਣ ਚਿੜੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਪਹਿਲਾਂ ਕਦੀ ਨਹੀਂ ਸੀ ਲੱਭਦੀਆਂ, ਉਹ ਸਾਡੇ ਲਗਭਗ ਸੈਂਕੜੇ ਚਿੜੀਆਂ ਸਾਡੇ ਇੱਕ ਅਤੇ ਗੁਲਮੋਹਰ ਦੇ ਉਹਦੇ ਬੂਟੇ ਦੇ ਉੱਤੇ ਰਹਿੰਦੀਆਂ ਨੇ, ਤੇ ਮੈਂ ਸਵੇਰੇ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ। ਉਹ ਜੀਵਨ ਅੱਗੇ ਚੱਲ ਰਿਹਾ। ਮੈਂ ਤਾਂ ਰੋਜ਼ ਨਵੇਂ ਖਿੜਦੇ ਫੁੱਲਾਂ ਨੂੰ ਬੱਚਿਆਂ ਦੇ ਰੂਪ 'ਚ ਦੇਖਦਾ ਤੇ ਉਹਨਾਂ ਵਿੱਚ ਉਹਨਾਂ ਨੂੰ ਦੇਖਦਾ, ਤੇ ਉਹਨਾਂ ਨੂੰ ਬਾਕੀ ਵੀ ਸਾਰਿਆਂ ਨੂੰ ਕਹਿੰਦਾ ਕਿ ਜ਼ਿੰਦਗੀ ਬੜੀ ਇੱਕ ਅਨਮੋਲ ਚੀਜ਼ ਹੈ, ਇਹਦੀ ਕਦਰ ਕਰਨੀ ਚਾਹੀਦੀ। ਮੈਂ ਡਾਕਟਰ ਸਾਹਿਬ, ਇੱਕ ਆਪਾਂ ਕਾਫੀ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ ਤੇ ਕਵਿਤਾ ਬਾਰੇ ਵੀ ਗੱਲ ਕੀਤੀ, ਆਲੋਚਨਾ ਬਾਰੇ ਵੀ ਗੱਲ ਕੀਤੀ, ਸੰਪਾਦਕੀ ਬਾਰੇ ਵੀ ਗੱਲ ਕੀਤੀ। ਤੇ ਮੈਂ ਪਹਿਲਾਂ ਵੀ ਹੱਸਦਿਆਂ ਆਪਣੀ ਗੱਲ ਹੋਈ ਸੀ, ਮਤਲਬ ਉਹ ਕਾਲਜ ਟਾਈਮ ਦੀ ਕੋਈ ਖੂਬਸੂਰਤ ਘਟਨਾ ਜਾਂ ਜਿਹਨੂੰ ਤੁਸੀਂ ਚਾਹਿਆ, ਜਿੱਥੇ ਤੁਸੀਂ ਨਿਰਾਸ਼ਾ ਪ੍ਰਗਟ ਕੀਤੀ, ਕਿਤੇ ਅੱਜ ਵੀ ਚੇਤਿਆਂ ਵਿੱਚ ਵਸੀ ਹੋਈ ਆ ਉਹ ਕੁੜੀ? ਨਹੀਂ, ਕੋਈ ਉਹ ਤਾਂ ਪਤਾ ਨਹੀਂ ਹੁਣ ਕਿ ਉਹ ਬਹੁਤ ਛੋਟੇ ਬਚਪਨ ਸਕੂਲ ਲੈਵਲ ਤੇ ਜਿੱਦਾਂ ਇੱਕ ਇਨਫੈਕਚੁਏਸ਼ਨ ਜਿਹੀ ਹਰ ਇੱਕ ਮੁੰਡੇ ਨੂੰ ਜਾਂ ਕੁੜੀ ਨੂੰ ਕੋਈ ਨਾ ਕੋਈ ਚੰਗਾ ਲੱਗਦਾ, ਤੇ ਉਹ ਤਾਂ ਹੁਣ ਕੋਈ ਨਹੀਂ ਹੁੰਦਾ। ਸਾਡੇ ਬਹੁਤ ਵਧੀਆ ਆਪਣੀ ਮੇਰੀ ਪਤਨੀ ਜਿਹੜੀ ਆ ਮੇਰੇ ਨਾਲ ਪੂਰਾ ਸਹਿਯੋਗ ਕਰਦੀ ਹੈ, ਚੰਗੀ ਤਰ੍ਹਾਂ ਆਪਾਂ ਰਹਿ ਰਹੇ ਹਾਂ, ਕੋਈ ਉਹ ਨਹੀਂ। ਪਰ ਫਿਰ ਵੀ ਚਲੋ ਜੋ ਕਿਸੇ ਵੀ ਤੁਸੀਂ ਜਿਹੜਾ ਵੀ ਤੁਹਾਡੇ ਸੰਪਰਕ 'ਚ ਬੰਦਾ ਆ, ਉਹਨੂੰ ਹਮੇਸ਼ਾ ਲਈ ਖਾਰਜ ਨਹੀਂ ਕਰ ਸਕਦੇ, ਪਰ ਹਰ ਇੱਕ ਬੰਦਾ ਆਪਣੇ ਆਪਣੇ ਘਰ 'ਚ ਰਾਜੀ ਰਹੇ, ਖੁਸ਼ ਰਹੇ, ਤੇ ਉਹਨਾਂ ਲਈ ਸ਼ੁਭ ਇਛਾਵਾਂ ਹੀ ਪੇਸ਼ ਕਰਨੀਆਂ ਚਾਹੀਦੀਆਂ। ਡਾਕਟਰ ਸਾਹਿਬ, ਕੋਈ ਇਹੋ ਜਿਹਾ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋਵੋ, ਮੈਸੇਜ ਦੇਣਾ ਚਾਹੁੰਦੇ ਹੋ, ਤੇ ਮੈਂ ਪੁੱਛਣੋਂ ਰਹਿ ਗਿਆ ਹੋਵਾਂ, ਕਿਸੇ ਵੇਲੇ ਮਨ 'ਚ ਹੁੰਦੀ ਕੋਈ ਗੱਲ? ਮਤਲਬ ਨਹੀਂ, ਮੈਂ ਤੇ ਸਿਰਫ ਆਪਣੇ ਜਿਹੜੇ ਅੱਗੋਂ ਆਉਣ ਵਾਲੇ ਜਿਹੜੇ ਜਾਂ ਨਵੇਂ ਮੁੰਡੇ ਜਿਹੜੇ ਲਿਖ ਰਹੇ ਆ, ਉਹਨਾਂ ਨਾਲ ਸਿਰਫ ਇੰਨੀ ਕੀ ਮਤਲਬ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਕਿਸੇ ਚੀਜ਼ ਨੂੰ, ਕਿਸੇ ਘਟਨਾ ਨੂੰ ਅਸਿਮੀਲੇਟ ਕਰਕੇ, ਆਤਮਸਾਤ ਕਰਕੇ, ਉਹਨੂੰ ਹੰਢਾ ਕੇ ਤੇ ਉਹਦਾ ਤੱਟ-ਫੱਟ ਪ੍ਰਤੀਕਰਮ ਦੇ ਕੇ ਕਵਿਤਾ ਨਹੀਂ ਲਿਖਣੀ ਚਾਹੀਦੀ। ਸਮੇਂ ਦੇ ਵਿੱਚ ਕਈ ਕੁਝ ਹੁੰਦਾ, ਲਹਿਰਾਂ ਆਉਂਦੀਆਂ ਜਾਂਦੀਆਂ। ਕੱਲ ਜਿਹੜੀ ਤੁਹਾਨੂੰ ਬਹੁਤ ਸ਼ਿੱਦਤ ਨਾਲ ਗੱਲ ਲੱਗਦੀ ਹੈ, ਮਹਿਸੂਸ ਹੁੰਦੀ, ਅੱਜ ਉਹ ਜ਼ੀਰੋ ਹੋ ਜਾਂਦੀ ਹੈ, ਤੁਹਾਨੂੰ ਉਹ ਕਵਿਤਾ ਫਜ਼ੂਲ ਹੋ ਜਾਂਦੀ ਹੈ। ਔਰ ਕਵਿਤਾ ਜਿਹੜੀ ਹੈ ਨਾ, ਇਸ ਤਰ੍ਹਾਂ ਦੇ ਮਨ 'ਚ ਰੱਖਣਾ ਚਾਹੀਦਾ ਕਿ ਉਹ ਸਮੇਂ ਤੇ ਸਥਾਨ ਨੂੰ ਟ੍ਰਾਂਸੈਂਡ ਕਰੇ, ਸਮੇਂ ਤੇ ਸਥਾਨ ਦੀ ਸੀਮਾ ਤੋਂ ਪਰਾਂ ਹੋਏ, ਔਰ ਕਿਤੇ ਵੀ ਪ੍ਰਸੰਗ 'ਚ ਉਹ ਬੋਲੀ ਜਾ ਸਕੇ। ਮੈਂ ਕੋਸ਼ਿਸ਼ ਕਰਦਾ, ਮੇਰੀਆਂ ਕਈ ਕਵਿਤਾਵਾਂ ਇੱਦਾਂ ਦੀਆਂ ਹੈ ਵੀ ਕਿ ਜੇ ਅੱਜ ਤੋਂ 15 ਸਾਲ ਪਹਿਲਾਂ ਲਿਖੀ ਹੈ ਤੇ ਅੱਜ ਉਹੋ ਜਿਹੇ ਹਾਲਾਤ 'ਚ ਵੀ ਉਹ ਰੈਲੇਵੈਂਟ ਹੁੰਦੀ ਹੈ। ਤੇ ਇਸੇ ਤਰ੍ਹਾਂ ਹੀ ਮਤਲਬ ਕਿ ਜਿਹੜੀ ਕੋਈ ਵੀ ਜਿਹੜੀ ਗੱਲ ਆ ਨਾ, ਉਹਨੂੰ ਪ੍ਰੋਪਰ ਅਸਿਮੀਲੇਟ ਕਰਕੇ, ਤੇ ਦੂਸਰਾ ਜਿਹੜਾ ਸਮਕਾਲੀ ਸਾਹਿਤ ਉਹ ਜ਼ਰੂਰ ਪੜ੍ਹਨਾ ਚਾਹੀਦਾ। ਉਹਨੂੰ ਆਪਣੇ ਤੋਂ ਪਹਿਲੇ ਜਿਹੜੇ ਬੰਦੇ ਲਿਖ ਚੁੱਕੇ
ਤੇ ਹੁਣ ਜਿਹੜੇ ਲਿਖ ਰਹੇ ਆ ਉਹਨਾਂ ਸਾਰਿਆਂ ਨੂੰ ਪੜ੍ਹ ਕੇ ਉਹਦਾ ਫਿਰ ਬੰਦੇ ਨੂੰ ਆਪਣੀ ਵੈਲਿਊਏਸ਼ਨ ਹੁੰਦੀ ਕਿ ਮੈਂ ਕਿੱਥੇ ਖੜਾ। ਨਹੀਂ ਤੇ ਬੰਦਾ ਹਰ ਇੱਕ ਆਪਣੇ ਆਪ 'ਚ ਅਸੀਂ ਲੱਗਾਂਗੇ ਕਿ ਵੀ ਨਾਰਸਿਸਟਿਕ ਡਾਕਟਰ ਸਾਹਿਬ ਟੈਂਡੈਂਸੀ। ਇੱਕ ਤੁਹਾਡੀ ਕਵਿਤਾ ਆਪਾਂ ਸਾਂਝੀ ਕਰ ਲਈਏ, ਸੁਣ ਲਈਏ ਹੋਰ। ਹਾਂ, ਮੈਂ ਇੱਕ ਛੋਟੀ ਜਿਹੀ ਕਵਿਤਾ ਕੋਈ ਚਾਹਾਂਗਾ। ਇਹ ਵੀ ਇਸੇ ਤਰ੍ਹਾਂ ਹੀ ਕਵਿਤਾ ਵਾ ਕਿ ਕਵਿਤਾ ਬਾਰੇ ਹੀ ਕਵਿਤਾ ਵਾ ਕਿ ਅੰਦਰ ਖੁੱਲਣ ਵਾਲੀ ਖਿੜਕੀ। ਇਸ ਲਈ ਨਹੀਂ ਲਿਖਦਾ ਮੈਂ ਕਵਿਤਾ, ਇਸ ਲਈ ਨਹੀਂ ਲਿਖਦਾ ਮੈਂ ਕਵਿਤਾ, ਇਹਦੇ ਨਾਲ ਆਏਗਾ ਕੋਈ ਵੱਡਾ ਬਦਲਾਅ, ਕਿਸੇ ਦਾ ਦੁੱਖ ਘਟੇਗਾ, ਕਿਸੇ ਨੂੰ ਜੀਣ ਦਾ ਰਾਹ ਦਿਸੇਗਾ, ਕਿਸੇ ਲਈ ਰੋਸ਼ਨੀ ਦੀ ਰਿਸ਼ਮ ਵੀ ਨਹੀਂ ਮੇਰੀ ਕਵਿਤਾ। ਕਵਿਤਾ ਮੈਂ ਲਿਖਦਾ ਹਾਂ ਇਸ ਲਈ ਮੈਨੂੰ ਆਪਣੇ ਕੋਲ ਜਾਣ ਦਾ, ਆਪਣੇ ਨੇੜੇ ਬਹਿਣ ਦਾ, ਆਪਣੀ ਗੱਲ ਆਪ ਸੁਣਨ ਦਾ, ਆਪਣੀ ਗੱਲ ਆਪਣੇ ਨਾਲ ਕਰਨ ਦਾ ਹੌਸਲਾ ਮਿਲੇ। ਕਿਸੇ ਹੋਰ ਦੀ ਲੋੜ ਨਾ ਪਵੇ, ਕਿਸੇ ਗਵਾਹੀ ਸਬੂਤ ਤੋਂ ਬਿਨਾ ਆਪਣੇ ਸੱਚ ਤੇ ਯਕੀਨ ਆ ਜਾਵੇ। ਇਸ ਲਈ ਮੈਂ ਲਿਖਦਾ ਹਾਂ ਕਵਿਤਾ। ਕਵਿਤਾ ਮੈਂ ਤਾਂ ਲਿਖਦਾ ਹਾਂ ਮੈਨੂੰ ਜਾਚ ਆ ਜਾਵੇ ਹਰ ਉਸ ਚੀਜ਼ ਤੋਂ ਵੱਖ ਹੋ ਕੇ ਰਹਿਣ ਦੀ ਜੋ ਆਮ ਤੌਰ ਤੇ ਜੋੜੀ ਰੱਖਦੀ ਹੈ ਆਪਣੇ ਆਪ ਤੋਂ ਸਿਵਾ ਹੋਰ ਹਰ ਕਿਸੇ ਨਾਲ। ਕਵਿਤਾ ਮੈਂ ਲਿਖਦਾ ਹਾਂ ਕਿ ਆਖਰੀ ਸਫ਼ਰ ਤੇ ਤੁਰਨ ਤੋਂ ਡਰ ਲੱਗਣਾ ਘਟ ਜਾਵੇ, ਆਪਣੇ ਪਿੱਛੋਂ ਦੁਨੀਆ ਨੂੰ ਵਸਦੀ ਰਸਦੀ ਰਹਿਣ ਦੀ ਅਸੀਸ ਦੇਣ ਦੀ ਜਾਚ ਆ ਜਾਵੇ। ਅੰਦਰ ਨੂੰ ਖੁੱਲਣ ਵਾਲੀ ਖਿੜਕੀ ਬਣਨਾ ਚਾਹੁੰਦਾ ਹਾਂ ਮੈਂ। ਅੰਦਰ ਨੂੰ ਖੁੱਲਣ ਵਾਲੀ ਖਿੜਕੀ ਬਣਨਾ ਚਾਹੁੰਦਾ ਹਾਂ ਮੈਂ। ਇਸ ਲਈ ਲਿਖਦਾ ਹਾਂ ਮੈਂ ਕਵਿਤਾ, ਇਸ ਲਈ ਲਿਖਦਾ ਹਾਂ ਕਵਿਤਾ। ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਖੂਬ। ਮੇਰਾ ਖਿਆਲ ਜਿਹੜੇ ਮੈਂ ਬਹੁਤ ਸਾਰੇ ਸਵਾਲ ਪੁੱਛ ਨਹੀਂ ਚੁੱਕਿਆ, ਨਹੀਂ ਪੁੱਛੇ ਗਏ ਮੇਰੇ ਕੋਲ, ਤੇ ਉਹਨਾਂ ਸਾਰੀ ਤੁਹਾਡੀ ਸਮੁੱਚਤਾ ਇਹਦੇ ਵਿੱਚ ਪਈ ਆ ਡਾਕਟਰ ਰਵਿੰਦਰ ਦੀ ਸ਼ਾਇਰੀ ਦੀ। ਡਾਕਟਰ ਸਾਹਿਬ ਤੁਹਾਡਾ ਇੱਥੇ ਆਉਣ ਦਾ, ਸਾਡੇ ਮਨਦੀਪ ਕੌਰ ਟਾਂਗਰਾ ਦੇ ਸਟੂਡੀਓ 'ਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਕੋਲ ਆਏ ਆ। ਤੇ ਤੁਹਾਡਾ ਇੱਕ ਵਾਰ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਉਹ ਸਾਰੀ ਟੀਮ ਨੂੰ ਬੜੇ ਵਧੀਆ ਢੰਗ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਦੋਸਤੋ, ਪਿਆਰੇ ਦਰਸ਼ਕੋ, ਇਹ ਸਨ ਡਾਕਟਰ ਰਵਿੰਦਰ ਜੀ ਬਟਾਲਾ ਤੋਂ ਕਵੀ। ਅਸੀਂ ਫਿਰ ਅਗਲੇ ਹਫਤੇ ਤੁਹਾਡੇ ਕੋਲ ਇੱਕ ਕੋਈ ਹੋਰ ਸ਼ਖਸੀਅਤ ਲੈ ਕੇ ਆਵਾਂਗੇ। ਇਸ ਤਰ੍ਹਾਂ ਹੀ ਉਹਦੇ ਨਾਲ ਆਪਾਂ ਖੂਬਸੂਰਤ ਗੱਲਾਂ ਕਰਾਂਗੇ, ਉਹਨਾਂ ਦੀਆਂ ਕਵਿਤਾ ਬਾਰੇ ਗੱਲ ਕਰਾਂਗੇ। ਤਦ ਤੱਕ ਲਈ ਇਜਾਜ਼ਤ, ਤੁਹਾਡਾ ਬਹੁਤ ਬਹੁਤ ਧੰਨਵਾਦ।